ਕੁਲਦੀਪ ਕੌਰ ਭੁੱਲਰ ਦਾ ਨਾਵਲ ਜ਼ਹਿਰੀਲੀ ਧਰਤੀ ਦਾ ਤੀਸਰਾ ਬੀ ਅੰਗ। ਉਸੇ ਸ਼ਾਮ ਉਹ ਨਿਧੀ ਨਾਲ ਕਾਇਨੈਟਿਕ ਦੇ ਬਾਹਰ ਨਿਕਲੀ ਡਾਕਟਰ ਕੋਲ ਜਾਣ ਲਈ। ਗੇਟ ਤੋਂ ਬਾਹਰ ਨਿਕਲਦੇ ਉਹਦੀ ਨਜ਼ਰ ਸੱਜੇ ਪਾਸੇ ਵੱਲ ਸੜਕ ਤੇ ਪਈ। ਸਿਰਜਨ ਬੁਲਟ ਕੋਲ ਖੜਾ ਸੀ। ਸਿਰਜਨ ਨੇ ਬੁਲਟ ਉਹਦੇ ਪਿੱਛੇ ਲਾ ਲਿਆ। ਉਹਨੇ ਆਵਾਜ਼ਾਂ ਮਾਰੀਆਂ ਪਰ ਉਹ ਨਾ ਰੁਕੀਆਂ। ਸਿਰਜਨ ਨੇ ਬੁਲਟ ਇੱਕਦਮ ਅੱਗੇ ਕਰਕੇ ਰੋਕ ਦਿੱਤਾ। ਨਿਧੀ ਦੀ ਕਾਇਨੈਟਿਕ ਉਹਦੇ 'ਚ ਵੱਜਦੀ ਬਚੀ ਤੇ ਝਟਕਾ ਮਾਰ ਕੇ ਬੰਦ ਹੋ ਗਈ। ਸ਼ਿੰਦਰ ਛਾਲ ਮਾਰ ਕੇ ਥੱਲੇ ਉਤਰੀ ਤੇ ਟੇਢੀ ਹੋ ਚੱਲੀ ਕਾਇਨੈਟਿਕ ਨੂੰ ਫਟਾਫਟ ਇੱਕ ਹੱਥ ਨਾਲ ਸਹਾਰਾ ਦਿੱਤਾ। ਆਹ ਕੀ ਬਦਤਮੀਜ਼ੀ ਹੈ? ਉਹ ਸਿਰਜਨ ਨੂੰ ਅੱਖਾਂ ਕੱਢਦਿਆਂ ਕੜਕ ਕੇ ਬੋਲੀ, ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰ ਰਹੀ? ਸਿਰਜਨ ਉਹਦੇ ਬਰਾਬਰ ਖੜੇ ਹੁੰਦਿਆਂ ਬੋਲਿਆ, ਮੈਂ ਕੋਈ ਗੱਲ ਨਹੀਂ ਕਰਨੀ। ਦੇਖ ਸ਼ਿੰਦਰ, ਆਪਣਾ 3 ਸਾਲ ਤੋਂ ਕਿੰਨਾ ਪਿਆਰ ਹੈ। ਮੈਂ ਤੇਰੀ ਹਰ ਗੱਲ ਮੰਨੀ ਹੈ। ਮੈਂ ਤਾਂ ਘਰ ਵੀ ਗੱਲ ਕਰਨ ਲੱਗਿਆ ਆਪਣੇ ਵਿਆਹ ਦੀ। ਮੇਰੇ ਮੰਮੀ ਡੈਡੀ ਮੈਨੂੰ ਬਹੁਤ ਪਿਆਰ ਕਰਦੇ ਨੇ। ਆਪਣੀ ਜ਼ਾਤ ਦਾ ਫਰਕ ਹੈ ਭਾਵੇਂ, ਪਰ ਮੈਨੂੰ ਪਤਾ ਹੈ ਫਿਰ ਵੀ ਉਹ ਮੰਨ ਜਾਣਗੇ। ਤੂੰ ਵੀ ਆਪਣੇ ਪਾਪਾ ਨਾਲ ਗੱਲ ਕਰ ਲੈ। ਆਪਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਮੈਰਿਜ ਕਰਾਵਾਂਗੇ। ਓਕੇ? ਤੂੰ ਸਾਂਭ ਕੇ ਰੱਖ ਆਪਣੀਆਂ ਸਲਾਹਾਂ, ਮੈਨੂੰ ਨਹੀਂ ਚਾਹੀਦੀਆਂ। ਨਾ ਹੀ ਮੇਰਾ ਕੋਈ ਵਿਆਹ ਦਾ ਇਰਾਦਾ ਹੈ ਜੀ। ਖਰਚਾ ਤਾਂ ਇੱਥੋਂ ਮੇਰੇ ਹੋਸਟਲ ਦਾ ਨਹੀਂ ਝੱਲਿਆ ਜਾ ਰਿਹਾ, ਤੇ ਵਿਆਹ ਪਿੱਛੋਂ ਕੀ ਹਾਲ ਕਰੇਂਗਾ ਤੂੰ ਮੇਰਾ? ਉਹ ਮੋਟੀਆਂ ਅੱਖਾਂ ਕੱਢਦੀ ਬੋਲੀ, ਤੈਨੂੰ ਪਤਾ ਹੈ ਨਾ ਮੈਂ ਕਿੰਨਾ ਪਿਆਰ ਕਰਦਾ। ਕੁਝ ਵੀ ਕਰਾਂਗਾ ਤੇਰੇ ਲਈ। ਮੈਂ ਚੱਟਣਾ ਇਹੋ ਜਿਹਾ ਪਿਆਰ। 4 ਕੱਪੜੀਆਂ ਦੇ ਕੇ ਤੇ ਤੂੰ ਹਵਾ ਕਰਦਾ। ਪਾਸੇ ਹੋ ਸਾਨੂੰ ਜਾਣ ਦੇ। ਨਿਧੀ ਸਾਰਾ ਕੁਝ ਵੇਖਦੀ ਰਹੀ, ਸਮਝ ਵੀ ਸਾਰਾ ਕੁਝ ਗਈ, ਪਰ ਬੋਲੀ ਕੁਛ ਨਾ। ਉਹਨੇ ਸ਼ਿੰਦਰ ਦਾ ਬਦਲਿਆ ਮਨ ਵੀ ਝੱਟ ਬੁੱਝ ਲਿਆ ਸੀ। ਉਹ ਸਿਰਜਨ ਦੇ ਮੂੰਹ ਤੋਂ ਅੱਖਾਂ ਨਾ ਹਟਾ ਸਕੀ। ਕਿੱਡਾ ਸੋਹਣਾ ਮੁੰਡਾ ਹੈ, ਉਹ ਸੋਚਦੀ ਰਹੀ। ਜੋੜੀ ਵੀ ਕਿੰਨੀ ਜੱਚਦੀ ਹੈ ਦੋਹਾਂ ਦੀ। ਇਹੋ ਜਿਹਾ ਮੁੰਡਾ ਵਿਆਹ ਕਰਵਾ ਰਿਹਾ ਹੈ। ਹੋਰ ਸ਼ਿੰਦਰ ਨੂੰ ਕੀ ਚਾਹੀਦਾ ਸੀ? ਉਹ ਵੀ ਨੀਵੀਂ ਜਾਤ ਦੀ ਕੁੜੀ ਨਾਲ। ਨਿਧੀ ਦੇ ਦਿਲ 'ਚੋਂ ਹੌਲ ਜਿਹਾ ਉੱਠਿਆ, ਪਰ ਉਹਨੇ ਕੁਛ ਨਾ ਕਿਹਾ ਤੇ ਨਾ ਹੀ ਦੋਹਾਂ ਦੀ ਗੱਲਬਾਤ 'ਚ ਕੋਈ ਦਖਲਅੰਦਾਜ਼ੀ ਕੀਤੀ। ਪਰੇ ਹੋ, ਸਾਨੂੰ ਲੰਘਣ ਦੇ, ਅਸੀਂ ਜ਼ਰੂਰੀ ਕੰਮ ਜਾਣਾ ਹੈ, ਸ਼ਿੰਦਰ ਬੇਰੁਖੀ ਨਾਲ ਬੋਲੀ। ਸਿਰਜਨ ਨੇ ਬੁਲਟ ਸਾਈਡ ਤੇ ਕਰ ਲਿਆ। ਉਹ ਸ਼ਿੰਦਰ ਦੀ ਬੇਰੁਖੀ ਵੇਖ ਕੇ ਚੁੱਪ ਰਿਹਾ ਤੇ ਉਹਨੂੰ ਬਸ ਵੇਖਦਾ ਰਿਹਾ। ਨਿਧੀ ਨੇ ਕਾਫੀ ਸੈਲਫ ਮਾਰੇ ਪਰ ਕਾਇਨੈਟਿਕ ਸਟਾਰਟ ਨਹੀਂ ਹੋ ਰਿਹਾ ਸੀ। ਫਿਰ ਉਹਨੇ ਸਟੈਂਡ ਤੇ ਲਾ ਕੇ ਕਿੱਕਾਂ ਮਾਰੀਆਂ, ਪਰ ਕਾਇਨੈਟਿਕ ਤਾਂ ਵੀ ਸਟਾਰਟ ਨਾ ਹੋਈ। ਸ਼ਿੰਦਰ ਇੱਕ ਪਾਸੇ ਖੜੀ ਆਪਣੇ ਹੱਥਾਂ ਦੀਆਂ ਉਂਗਲਾਂ ਦੀ ਕੰਘੀ ਬਣਾ ਕੇ ਅੰਗੂਠਿਆਂ ਨੂੰ ਇੱਕ ਦੂਜੇ ਦੁਆਲੇ ਘੁਮਾਉਂਦੀ ਰਹੀ। 2 ਮਿੰਟ ਸਿਰਜਨ ਦੇਖਦਾ ਰਿਹਾ। ਫਿਰ ਉਹਨੇ ਨਿਧੀ ਤੋਂ ਕਾਇਨੈਟਿਕ ਫੜ ਕੇ ਇੱਕੋ ਕਿੱਕ ਨਾਲ ਸਟਾਰਟ ਕਰ ਦਿੱਤੀ। ਜਦੋਂ ਕਾਇਨੈਟਿਕ ਦਾ ਹੈਂਡਲ ਫੜਨ ਲਈ ਨਿਧੀ ਦੇ ਨੇੜੇ ਹੋਇਆ ਤਾਂ ਉਹਦੇ ਜਿਸਮ ਨਾਲ ਖਹਿੰਦੀ ਨਿਧੀ ਨੂੰ ਝੁੰਝੁਣੀ ਜਿਹੀ ਆ ਗਈ। ਉੱਚਾ ਲੰਮਾ ਤੇ ਪੱਥਰ ਵਰਗਾ ਸਿਰਜਨ ਉਹਦੀਆਂ ਨਸਾਂ 'ਚੋਂ ਦੀ ਹੋ ਕੇ ਗੁਜ਼ਰਿਆ। ਸਟਾਰਟ ਹੋਈ ਕਾਇਨੈਟਿਕ ਦੀ ਰੇਸ ਫੜਦਿਆਂ ਨਿਧੀ ਨੇ ਜਾਣ ਬੁੱਝ ਕੇ ਸਿਰਜਨ ਦੇ ਹੱਥ ਤੇ ਆਪਣਾ ਹੱਥ ਧਰ ਦਿੱਤਾ। ਸਿਰਜਨ ਨੇ ਹੌਲੀ ਜਿਹੀ ਨਿਧੀ ਤੇ ਹੱਥ ਹੇਠੋਂ ਆਪਣਾ ਹੱਥ ਕੱਢ ਲਿਆ ਤੇ ਸ਼ਿੰਦਰ ਵੱਲ ਵੇਖਦਾ ਬੋਲਿਆ, ਸ਼ਿੰਦੇ, ਕਮਲੀ ਨਹੀਂ ਬਣੀਦਾ, ਰਾਤ ਨੂੰ ਫੋਨ ਕਰਾਂਗਾ, ਗੱਲ ਕਰੀ ਮੇਰੇ ਨਾਲ, ਆਖ ਕੇ ਉਹ ਬੁਲਟ ਵੱਲ ਵਧਿਆ। ਸ਼ਿੰਦਰ ਉਹਦੀ ਗੱਲ ਅਣਸੁਣੀ ਜਿਹੀ ਕਰਕੇ ਨਿਧੀ ਦੇ ਮਗਰ ਬੈਠ ਗਈ। ਸਾਰੇ ਰਸਤੇ ਨਾ ਸ਼ਿੰਦਰ ਕੁਝ ਬੋਲੀ ਤੇ ਨਾ ਨਿਧੀ ਨੇ ਕੁਝ ਪੁੱਛਿਆ। ਡਰਾਈਵ ਕਰਦੀ ਨਿਧੀ ਸਿਰਜਨ ਬਾਰੇ ਹੀ ਸੋਚਦੀ ਰਹੀ। ਕਿੱਥੇ ਪਿੰਡ ਦਾ ਰਹਿਣ ਵਾਲਾ, ਖੁੱਲ੍ਹੇ ਹੱਡਾਂ ਪੈਰਾਂ ਵਾਲਾ ਉਹ ਲੰਮਾ ਪਹਾੜ ਵਰਗਾ ਮਜ਼ਬੂਤ ਸਿਰਜਨ, ਤੇ ਕਿਤੇ ਡੀਸੀ ਦਾ ਸੋਲ ਜਿਹਾ ਮੁੰਡਾ ਸੈਂਡੀ। ਉਹਦੇ ਗੱਲਾਂ ਕਰਦੇ ਦੇ ਸੂਹੇ ਮੋਟੇ ਬੁੱਲ ਖੁੱਲ੍ਹਦੇ ਬੰਦ ਹੁੰਦੇ ਨਿਧੀ ਦੀਆਂ ਅੱਖਾਂ ਅੱਗੇ ਘੁੰਮ ਰਹੇ ਸਨ। ਸੋਹਣੀਆਂ ਚਿਮਣੀਆਂ ਵਾਲੀਆਂ ਮੋਟੀਆਂ ਰੱਤੀਆਂ ਅੱਖਾਂ ਵੱਲ ਤਾਂ ਉਹ ਬਹੁਤਾ ਵੇਖ ਹੀ ਨਾ ਸਕੀ। ਜਦੋਂ ਵੀ ਵਹਿੰਦੀ ਦਿਲ ਨੂੰ ਕੁਝ ਹੋਣ ਲੱਗ ਪੈਂਦਾ। ਜਦੋਂ ਸਿਰਜਨ ਦਾ ਭਾਰੀ ਹੱਥ ਨਿਧੀ ਦੇ ਹੱਥ 'ਚ ਛੋਇਆ ਤਾਂ ਨਿਧੀ ਦਾ ਖੂਨ ਪਿਘਲ ਕੇ ਗੱਲਾਂ 'ਚ ਆ ਗਿਆ ਸੀ। ਉਹਨੂੰ ਸੈਂਡੀ ਦੇ ਕੂਲੇ ਜਿਹੇ ਹੱਥ ਯਾਦ ਆਏ ਜਿਨ੍ਹਾਂ ਨੂੰ ਛੂੰਹਦਿਆਂ ਉਹਨੂੰ 3 ਸਾਲ ਹੋ ਗਏ ਸਨ, ਪਰ ਅਜਿਹੀ ਭਾਵਨਾ ਕਦੇ ਨਹੀਂ ਆਈ। ਉਹ ਕਿੰਨੇ ਮੁੰਡਿਆਂ ਨੂੰ ਮਿਲੀ ਪਰ ਪਹਿਲੀ ਵਾਰ ਉਹਦਾ ਧੁਰ ਅੰਦਰ ਹਲੂਣਿਆ ਗਿਆ। ਅਜਿਹੀ ਮਰਦਾਨਾ ਛੋਹ ਉਹਨੂੰ ਸ਼ਹਿਰ ਦੇ ਕਿਸੇ ਮੁੰਡੇ 'ਚੋਂ ਨਹੀਂ ਆਈ। ਉਹਨੂੰ ਸ਼ਿੰਦਰ ਨਾਲ ਸਾੜਾ ਹੋਇਆ। ਕਿੱਡਾ ਸੋਹਣਾ ਜਵਾਨ ਮੁੰਡਾ ਉਹਦੀ ਮੁੱਠੀ 'ਚ ਕੈਦ ਸੀ। ਹੋਰ ਕੀ ਚਾਹੀਦਾ ਉਹਨੂੰ? ਨਿਧੀ ਰੋਕ, ਕਲੀਨਿਕ ਆ ਗਿਆ, ਸ਼ਿੰਦਰ ਨੇ ਕਿਹਾ ਤਾਂ ਉਹਦੀਆਂ ਸੋਚਾਂ ਦੀ ਲੜੀ ਟੁੱਟੀ। ਡਾਕਟਰ ਨੇ 3 ਖੁਰਾਕਾਂ ਖਾਣ ਨੂੰ ਦਿੱਤੀਆਂ ਤੇ ਜੇ ਫਿਰ ਵੀ ਫਰਕ ਨਾ ਪਿਆ ਤਾਂ ਮਹੀਨਾ ਟੈਸਟ ਕਰਕੇ ਆਉਣ ਨੂੰ ਕਿਹਾ। ਸਿਰਜਨ ਬਹੁਤ ਦੁਖੀ ਸੀ
ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਸ਼ਿੰਦਰ ਨੂੰ ਕਿਵੇਂ ਮਨਾਵੇ। ਉਹ ਸਕੂਟੀ ਨਹੀਂ ਲੈ ਕੇ ਦੇ ਸਕਿਆ ਤਾਂ ਗੱਲ ਕਰਨਾ ਵੀ ਛੱਡ ਗਈ। ਉਹਨੇ ਹਿੰਮਤ ਕਰਕੇ ਸ਼ਿੰਦਰ ਨਾਲ ਵਿਆਹ ਬਾਰੇ ਆਪਣੀ ਮੰਮੀ ਨਾਲ ਗੱਲ ਕਰ ਲਈ। ਪਹਿਲਾਂ ਤਾਂ ਉਹਦੀ ਮੰਮੀ ਨੇ ਸਾਫ਼ ਨਾ ਕਰਤੀ, ਪਰ 2 ਕੁ ਦਿਨ ਉਦਾਸ ਰਿਹਾ ਤਾਂ ਝੱਟ ਮੰਨ ਗਈ। ਪਿਓ ਨਾਲ ਵੀ ਗੱਲ ਕਰ ਲਈ। ਪਹਿਲਾਂ ਤਾਂ ਸਿਰਜਣ ਦਾ ਪਿਓ ਵੀ ਨਾ ਮੰਨਿਆ। ਮਾਂ ਨੇ ਸਮਝਾਇਆ, ਬੱਚਿਆਂ ਦੀ ਖੁਸ਼ੀ 'ਚ ਸਾਡੀ ਖੁਸ਼ੀ ਹੋਣੀ ਚਾਹੀਦੀ ਹੈ। ਕੱਲਾ ਕੱਲਾ ਪੁੱਤੇ ਇੰਨੀ ਜ਼ਮੀਨ ਭੋਏ ਆ, ਜੇ ਰੁੱਸ ਕੇ ਕਿਸੇ ਪਾਸੇ ਚਲਾ ਗਿਆ ਫਿਰ ਕੀ ਕਰਾਂਗੇ। ਸਿਰਜਣ ਦੀ ਪਸੰਦ ਏ ਤਾਂ ਸੋਹਣੀ ਹੋਏਗੀ, ਨਾਲੇ ਬਰਾਬਰ ਦੀ ਪੜ੍ਹੀ ਲਿਖੀ ਕੁੜੀ ਏ ਤਾਂ ਸਮਝਦਾਰ ਵੀ ਹੋਏਗੀ। ਆਪਣਾ ਪੁੱਤ ਖੁਸ਼ ਚਾਹੀਦਾ। ਕਿਹੜਾ ਮੂੰਹ ਖੋਲ ਕੇ ਜ਼ਿਆਦਾ ਮੰਗਿਆ ਕਦੇ ਇਹਨੇ। ਸਿਰਜਣ ਦੀ ਪਸੰਦ ਤੇ ਮਾਂ ਪਿਓ ਦੀ ਮੋਹਰ ਲੱਗ ਚੁੱਕੀ ਸੀ। ਉਹ ਦਿਨ ਰਾਤ ਫੋਨ ਕਰਦਾ ਰਿਹਾ, ਪਰ ਸ਼ਿੰਦਰ ਨੇ ਫੋਨ ਨਾ ਚੁੱਕਿਆ। ਹੁਣ ਉਹਦਾ ਸਬਰ ਮੁੱਕਣ ਲੱਗਿਆ। ਉਹਦਾ ਜੀਅ ਕਰਦਾ ਉਹ ਸਿੱਧਾ ਹੋਸਟਲ ਦੇ ਅੰਦਰ ਜਾਵੇ, ਸ਼ਿੰਦਰ ਨੂੰ ਬਾਂਹ ਫੜ ਕੇ ਆਪਣੇ ਨਾਲ ਖਿੱਚ ਕੇ ਘਰ ਲੈ ਆਵੇ। ਆਪੇ ਹੁੰਦੇ ਰਹਿਣਗੇ ਆਨੰਦ ਕਾਰਜ। ਸਾਰਾ ਦਿਨ ਸਿਰਜਣ ਨੂੰ ਅਚਵੀ ਲੱਗੀ ਰਹੀ। ਉਹਨੇ ਕੋਈ ਵੀ ਲੈਕਚਰ ਧਿਆਨ ਨਾਲ ਅਟੈਂਡ ਨਾ ਕੀਤਾ। ਕਿੰਨੇ ਦਿਨਾਂ ਤੋਂ ਚਲਦੀ ਆ ਰਹੀ ਪਰੇਸ਼ਾਨੀ ਪੂਰੀ ਤਰ੍ਹਾਂ ਉਹਦੇ ਦਿਮਾਗ ਨੂੰ ਚੜ੍ਹ ਗਈ ਸੀ। ਆਖਰੀ ਪੀਰੀਅਡ ਲਾਉਣ ਤੋਂ ਬਾਅਦ ਉਹ ਸਿੱਧਾ ਸ਼ਿੰਦਰ ਦੇ ਹੋਸਟਲ ਵੱਲ ਹੋ ਗਿਆ। ਗੇਟ ਤੇ ਬੈਠੇ ਪਹਿਰੇਦਾਰ ਨੇ ਉਹਨੂੰ ਵੇਟਿੰਗ ਰੂਮ 'ਚ ਬਿਠਾ ਦਿੱਤਾ ਤੇ ਸ਼ਿੰਦਰ ਨੂੰ ਕੋਈ ਮਿਲਣ ਲਈ ਆਇਆ ਦਾ ਸੁਨੇਹਾ ਲਾ ਦਿੱਤਾ। ਸ਼ਿੰਦਰ 2 ਦਿਨ ਤੋਂ ਕਾਲਜ ਨਹੀਂ ਸੀ ਆਈ। ਜਦੋਂ ਪੌੜੀਆਂ ਉਤਰ ਕੇ ਆਈ ਤਾਂ ਵੇਟਿੰਗ ਰੂਮ 'ਚ ਪੈਰ ਧਰਦਿਆਂ ਹੀ ਸਿਰਜਣ ਨੇ ਭੱਜ ਕੇ ਉਹਦੀ ਬਾਂਹ ਫੜ ਲਈ। ਸ਼ਿੰਦਰ ਨੇ ਝਟਕਾ ਮਾਰ ਕੇ ਬਾਂਹ ਛੁਡਾ ਲਈ ਤੇ ਇੱਕ ਪਾਸੇ ਹੋ ਕੇ ਖਲੋ ਗਈ। ਇੰਨੀ ਨਾਰਾਜ਼ਗੀ, ਉਹ ਵੀ ਬਸ ਪੈਸਿਆਂ ਪਿੱਛੇ। ਹੁਣ ਤੱਕ ਕਦੇ ਨਾ ਕੀਤੀ ਮੈਂ ਸ਼ਿੰਦਰ ਕਿਸੇ ਚੀਜ਼ ਤੋਂ? ਦੱਸ। ਅੱਛਾ, ਹੁਣ ਤੂੰ ਮੈਨੂੰ ਸੁਣਾਏਂਗਾ ਵੀ ਤੂੰ ਮੇਰੇ ਲਈ ਕੀ ਕੁਝ ਕੀਤਾ। ਬੜਾ ਅਹਿਸਾਨ ਤੇਰਾ, ਜੋ ਵੀ ਦਿੱਤਾ ਤੂੰ ਮੈਨੂੰ। ਸ਼ਿੰਦਰ ਨੇ ਮੂੰਹ ਘੁਮਾ ਲਿਆ। ਉਹਦੀਆਂ ਨਾਸਾਂ ਫੁੱਲੀਆਂ ਹੋਈਆਂ ਤੇ ਗੱਲਾਂ ਲਾਲ ਹੋ ਗਈਆਂ। ਮੇਰਾ ਉਹ ਮਤਲਬ ਨਹੀਂ ਸੀ ਸ਼ਿੰਦੇ। ਵੇਖ, ਮੈਂ ਤਾਂ ਤੇਰੇ ਨਾਲ ਵਿਆਹ ਕਰਵਾਉਣਾ ਹੈ। ਆਪਣਾ ਕਿਹੜਾ ਵੰਡਿਆ ਕੁਝ। ਤੂੰ ਇੰਤਜ਼ਾਰ ਕਰ ਥੋੜਾ। ਉਹ ਨੇੜੇ ਹੁੰਦਿਆਂ ਬੋਲਿਆ। ਤੈਨੂੰ ਲੱਗਦਾ ਵੀ ਮੈਂ ਵਿਆਹ ਕਰਾ ਲੂੰਗੀ ਤੇਰੇ ਨਾਲ? ਤੂੰ ਤਾਂ ਹੁਣੇ ਨਹੀਂ ਮੇਰੇ ਸ਼ੌਕ ਪੂਰੇ ਕਰਦਾ। ਵਿਆਹ ਪਿੱਛੋਂ ਤਾਂ ਤੂੰ ਬਸ ਨੌਕਰਾਣੀ ਬਣਾ ਲਏਂਗਾ। ਰੋਟੀਆਂ ਖਵਾਓ ਤੇ ਭਾਂਡੇ ਮਾਂਜੋ। ਮੈਂ ਨਹੀਂ ਕਰਵਾਉਣਾ ਕੋਈ ਵਿਆਹ ਵਿਊ। ਤੈਨੂੰ ਪਤਾ ਹੈ ਮੈਂ ਆਪਣੀ ਮੰਮੀ ਪਾਪਾ ਨਾਲ ਗੱਲ ਕਰ ਲਈ ਹੈ ਤੇ ਉਹ ਮੰਨ ਵੀ ਗਏ ਨੇ। ਨਾ ਮੰਨਣ ਮਨਾਉਂਦੀ ਮੇਰੀ ਜੁੱਤੀ। ਸ਼ਬਦ ਅਜੇ ਸ਼ਿੰਦਰ ਦੇ ਮੂੰਹ 'ਚ ਹੀ ਸੀ। ਸਿਰਜਣ ਨੇ ਵੱਟ ਕੇ ਚਪੇੜ ਉਹਦੇ ਮੂੰਹ ਤੇ ਮਾਰੀ। ਤੈਨੂੰ ਮੈਂ ਕਿੰਨੇ ਦਿਨ ਤੋਂ ਦੇਖ ਰਿਹਾ। ਆਪੇ ਤੂੰ ਪਿਆਰ ਪਾ ਕੇ ਪੈਰ ਪਿਛਾਂ ਨੂੰ ਪੁੱਟਦੀ ਹੈ। ਤੈਨੂੰ ਕੀ ਲੱਗਦਾ ਹੁਣ ਮੈਂ ਤੈਨੂੰ ਛੱਡ ਦਊਂਗਾ? ਭੁੱਲ ਜਾ ਕੇ ਤੂੰ ਹੁਣ ਪਿੱਛੇ ਮੁੜ ਸਕਦੀ ਹੈ, ਤੇ ਜੇ ਕੋਈ ਹੋਰ ਹੈਗਾ ਦਿਮਾਗ 'ਚ ਉਹਨੂੰ ਵੀ ਕੱਢ ਦੇ। ਜੱਟ ਨੇ ਪਿਆਰ ਕੀਤਾ ਤੇ ਹਾਸਲ ਵੀ ਕਰਕੇ ਰਹੇਗਾ, ਫਿਰ ਚਾਹੇ ਉਂਗਲੀ ਟੇਢੀ ਕਰਨੀ ਪਵੇ। ਸਿਰਜਣ ਆਪੇ ਤੋਂ ਬਾਹਰ ਹੋ ਗਿਆ। ਥੱਪੜ ਖਾ ਕੇ ਸ਼ਿੰਦਰ ਨੂੰ ਚੱਕਰ ਜਿਹਾ ਆ ਗਿਆ, ਪਰ ਉਹ ਛੇਤੀ ਸੰਭਲ ਗਈ। ਉਹ ਵੇਟਿੰਗ ਰੂਮ ਤੋਂ ਬਾਹਰ ਹੋ ਕੇ ਭੱਜ ਕੇ ਪੌੜੀਆਂ ਚੜ੍ਹ ਗਈ। ਸਿਰਜਣ ਵੀ ਭਾਰੀ ਕਦਮਾਂ ਨਾਲ ਹੋਸਟਲ ਤੋਂ ਬਾਹਰ ਆ ਗਿਆ। 2 ਦਿਨ ਨਾ ਸਿਰਜਣ ਨੇ ਕੁਝ ਖਾਧਾ ਤੇ ਨਾ ਹੀ ਉਹ ਕਿਸੇ ਨਾਲ ਬੋਲਿਆ। ਆਪਣੇ ਕਮਰੇ 'ਚ ਪਿਆ ਛੱਤ ਵੱਲ ਘੂਰਦਾ ਰਿਹਾ। ਉਹਦੇ ਮਾਪੇ ਪੁੱਤਰ ਦੀ ਹਾਲਤ ਵੇਖ ਕੇ ਚਿੰਤਤ ਸਨ। ਮਾਂ ਰੋਟੀ ਪਾ ਕੇ ਲਿਆਉਂਦੀ ਤੇ ਜਿੰਨਾ ਚਿਰ ਉਹ ਖਾ ਨਾ ਲੈਂਦਾ ਕੋਲ ਹੀ ਬੈਠੀ ਰਹਿੰਦੀ। ਹਾਰ ਕੇ ਉਹ ਆਪੇ ਉੱਠ ਕੇ ਖਾ ਲੈਂਦਾ। ਮਾਂ ਮੁਸਕਰਾ ਕੇ ਥਾਲੀ ਚੁੱਕ ਕੇ ਲੈ ਜਾਂਦੀ, ਆਖਦੀ, ਆਹ ਹੋਈ ਨਾ ਗੱਲ, ਸ਼ਾਬਾਸ਼ ਮੇਰਾ ਛਿੰਦਾ ਪੁੱਤ। ਪੁਲਿਸ ਦੀ ਇੱਕ ਜਿਪਸੀ ਚੌਰਾਹੇ ਤੋਂ ਮੁੜ ਕੇ ਸਿੱਧੀ ਸਿਰਜਣ ਦੇ ਘਰ ਆ ਕੇ ਰੁਕੀ। ਥਾਣੇਦਾਰ ਨੇ ਦਰਵਾਜ਼ਾ ਖੜਕਾਇਆ। ਅੰਦਰੋਂ ਸਿਰਜਣ ਦੀ ਮਾਂ ਚੁੰਨੀ ਸੁਆਰਦੀ ਬਾਹਰ ਨਿਕਲੀ। ਉਹਨੇ ਸਤਿ ਸ਼੍ਰੀ ਅਕਾਲ ਬੁਲਾਈ। ਇਹ ਸਿਰਜਣ ਦਾ ਘਰ ਹੈ ਜੀ? ਹਾਂਜੀ, ਪਰ ਕੀ ਹੋਇਆ? ਸਿਰਜਣ ਨੂੰ ਬੁਲਾਓ, ਫੇਰ ਦੱਸਦੇ ਹਾਂ। ਸਿਰਜਣ ਦੀ ਮਾਂ ਦਾ ਰੰਗ ਪੀਲਾ ਪੈ ਗਿਆ। ਕਿੰਨਾ ਚਿਰ ਉਹ ਸੋਚੀ ਗਈ ਕਿ ਕੀ ਗੱਲ ਹੋ ਸਕਦੀ ਹੈ। ਸਿਰਜਣ ਨੇ ਕੁਝ ਦੱਸਿਆ ਨਹੀਂ। ਮਾੜਾ ਤਾਂ ਉਹ ਕੁਝ ਕਰ ਨਹੀਂ ਸਕਦਾ। ਸਿਰਜਣ ਨੂੰ ਉਹਦੇ ਕਮਰੇ ਤੋਂ ਬੁਲਾਵਾਂ ਕਿ ਨਾ? ਇਹਨਾਂ ਨੂੰ ਕਹਿ ਦੇਵਾਂ ਉਹ ਘਰ ਨਹੀਂ। ਦੁਚਿੱਤੀ ਹੁੰਦਿਆਂ ਉਹਨੇ ਸਿਰਜਣ ਨੂੰ ਆਵਾਜ਼ ਦੇ ਕੇ ਬਾਹਰ ਬੁਲਾ ਲਿਆ। ਸਿਰਜਣ ਨੇ ਬਾਹਰ ਆ ਕੇ ਥਾਣੇਦਾਰ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਥਾਣੇਦਾਰ ਨੇ ਧਿਆਨ ਨਾਲ ਸਿਰਜਣ ਨੂੰ ਤੇ ਫਿਰ ਉਹਦੀ ਮਾਂ ਵੱਲ ਵੇਖ ਕੇ 4 ਚੁਫੇਰੇ ਸਾਰੇ ਘਰ 'ਚ ਨਜ਼ਰ ਦੌੜਾਈ। ਦੋਹਾਂ ਚਿਹਰਿਆਂ ਤੋਂ ਸ਼ਰਾਫਤ ਝਲਕਦੀ ਸੀ। ਘਰ ਦੀ ਹਰ ਚੀਜ਼ ਸਲੀਕੇ ਨਾਲ ਆਪਣੀ ਜਗ੍ਹਾ ਤੇ ਪਈ ਸੀ। ਚਿੱਟੇ ਰੰਗ ਦੀਆਂ ਕੰਧਾਂ, ਚਿੱਟੀਆਂ ਛੱਤਾਂ, ਦੁੱਧ ਚਿੱਟੇ ਸੰਗਮਰਮਰ ਦਾ ਫਰਸ਼, ਕਿਤੇ ਸਾਰੇ ਘਰ 'ਚ ਕੋਈ ਦਾਗ ਨਹੀਂ ਸੀ। ਸਿਰਜਣ ਦੀਆਂ ਉਦਾਸ ਨਜ਼ਰਾਂ 'ਚੋਂ ਕੁਝ ਲੱਭਦਿਆਂ ਥਾਣੇਦਾਰ ਬੋਲਿਆ, ਤੂੰ ਸ਼ਿੰਦਰ ਕੌਰ ਉਰਫ ਸੁਰੈਨ ਸਿੰਘ ਨੂੰ ਜਾਣਦਾ? ਉਹਨੇ ਤੇਰੇ ਖਿਲਾਫ ਬਲਾਤਕਾਰ ਦੀ ਰਿਪੋਰਟ ਦਿੱਤੀ ਹੈ। ਹੈਂਜੀ? ਸਿਰਜਣ ਦਾ ਮੂੰਹ ਅੱਡਿਆ ਰਹਿ ਗਿਆ।
ਉਹਦੀ ਮਾਂ ਨੇ ਕੰਨਾਂ ਤੇ ਹੱਥ ਲਾ ਕੇ ਹੱਥ ਜੋੜਦਿਆਂ ਉੱਪਰ ਨੂੰ ਮੂੰਹ ਕਰਕੇ ਵਾਹਿਗੁਰੂ ਕਿਹਾ। ਥਾਣੇਦਾਰ ਨੇ ਦੱਸਿਆ ਕਿ ਸ਼ਿੰਦਰ 1 ਮਹੀਨੇ ਦੀ ਗਰਭਵਤੀ ਹੈ। ਉਹਨੇ ਸਿਰਜਣ ਦੇ ਖਿਲਾਫ ਬਲਾਤਕਾਰ ਦਾ ਕੇਸ ਪਾਇਆ ਹੈ। ਗੱਲ ਸੁਣ ਕੇ ਮਾਂ ਦੀਆਂ ਅੱਖਾਂ 'ਚੋਂ ਹੰਝੂਆਂ ਦੀਆਂ ਧਾਰਾਂ ਵਹਿ ਤੁਰੀਆਂ। ਉਹਨੇ ਤਰਲੇ ਵਾਂਗ ਥਾਣੇਦਾਰ ਅੱਗੇ ਹੱਥ ਜੋੜਦਿਆਂ ਆਪਣੇ ਪੁੱਤਰ ਦੇ ਨਿਰਦੋਸ਼ ਹੋਣ ਦੀ ਗਵਾਹੀ ਭਰੀ। ਇਹਨਾਂ ਕੁਝ ਪਲਾਂ 'ਚ ਹੀ ਸਿਰਜਣ ਨੇ ਆਪਣੇ ਦਿਮਾਗ ਦੀ ਰੀਲ ਘੁਮਾ ਕੇ ਸ਼ਿੰਦਰ ਨਾਲ ਉਹਦੇ ਸਬੰਧ ਦੇ ਸ਼ੁਰੂ ਤੋਂ ਹੁਣ ਤੱਕ ਦੇ ਪਲਾਂ ਨੂੰ ਯਾਦ ਕੀਤਾ, ਪਰ ਉਹਨੂੰ ਕਿਧਰੇ ਵੀ ਸ਼ਿੰਦਰ ਨਾਲ ਵਧੀਕੀ ਕਰਨ ਦਾ ਆਪਣਾ ਕਸੂਰ ਨਾ ਲੱਗਿਆ। ਜੋ ਵੀ ਹੋਇਆ, ਜਦੋਂ ਵੀ ਹੋਇਆ, ਦੋਹਾਂ ਦੀ ਪੂਰੀ ਰਜ਼ਾਮੰਦੀ ਨਾਲ ਹੋਇਆ, ਬਲਕਿ ਜ਼ਿਆਦਾਤਰ ਪਹਿਲ ਸ਼ਿੰਦਰ ਵੱਲੋਂ ਹੀ ਹੋਈ ਸੀ। ਬਸ ਇੱਕ ਥੱਪੜ ਹੀ ਮਾਰਿਆ ਸੀ ਉਹਨੇ। 3 ਸਾਲਾਂ 'ਚ ਹੋਰ ਕਦੇ ਸ਼ਿੰਦਰ ਨਾਲ ਉੱਚੀ ਆਵਾਜ਼ 'ਚ ਗੱਲ ਵੀ ਨਹੀਂ ਸੀ ਕੀਤੀ ਉਹਨੇ। ਚੱਲ ਵੀ ਮੁੰਡਿਆ, ਤੈਨੂੰ ਅਰੈਸਟ ਕਰਨਾ ਸੀ। ਨਹੀਂ ਥਾਣੇਦਾਰ ਜੀ, ਮੇਰਾ ਪੁੱਤਰ ਬੇਗੁਨਾਹ ਹੈ। ਇਹ ਤਾਂ ਉਸ ਕੁੜੀ ਨਾਲ ਵਿਆਹ ਕਰਾਏਗਾ। ਇਹ ਤਾਂ ਜੀ ਉਹਨੂੰ ਬਹੁਤ ਪਸੰਦ ਕਰਦਾ ਹੈ। ਸਿਰਜਣ ਦੀ ਮਾਂ ਥਾਣੇਦਾਰ ਅੱਗੇ ਝੁਕਦੀ ਬੋਲੀ। ਮੰਮੀ ਤੁਸੀਂ ਕਿਉਂ ਬੋਲੀ ਜਾਂਦੇ ਹੋ? ਜਦੋਂ ਕੋਈ ਧੱਕਾ ਕੀਤਾ ਹੀ ਨਹੀਂ ਤਾਂ ਫਿਰ ਚਿੰਤਾ ਕਾਹਦੀ? ਐਵੇਂ ਨਾ ਮਿੰਨਤਾਂ ਕਰੀ ਜਾਇਆ ਕਰੋ। ਸਿਰਜਣ ਨੇ ਖਿੱਝ ਕੇ ਮਾਂ ਨੂੰ ਕਿਹਾ ਤਾਂ ਉਹ ਪਿੱਛੇ ਹਟ ਗਈ। ਉਹਨੂੰ ਪਤਾ ਸੀ ਸਿਰਜਣ ਬੋਲਦਾ ਨਹੀਂ ਜ਼ਿਆਦਾ, ਪਰ ਉਹਦਾ ਗੁੱਸਾ ਬਹੁਤ ਭੈੜਾ ਹੈ। ਫਿਰ ਉਹ ਕਿਸੇ ਦੀ ਸੁਣਦਾ ਵੀ ਨਹੀਂ। ਸਿਰਜਣ ਥਾਣੇਦਾਰ ਦੇ ਨਾਲ ਨਾਲ ਤੁਰ ਪਿਆ। ਉਹ ਜਿਪਸੀ 'ਚ ਬੈਠ ਕੇ ਪਿੰਡੋਂ ਥਾਣੇ ਨੂੰ ਚਲੇ ਗਏ। ਕੀ ਹੋਇਆ ਚਰਨ ਕੁਰੀ, ਸੁੱਖ ਸਾਂਦ ਹੈ? ਗੇਟ 'ਚ ਖੜੀ ਸਿਰਜਣ ਦੀ ਮਾਂ ਨੂੰ ਰੋਂਦਿਆਂ ਵੇਖ ਕੇ ਗੁਆਂਢਣ ਨੇ ਆਪਣੇ ਘਰੋਂ ਬਾਹਰ ਆਉਂਦਿਆਂ ਪੁੱਛਿਆ। ਹਾਏ ਮੇਰੇ ਸੋਹਣੇ ਪੁੱਤਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਮੀਤੋ। ਸਿਰਜਣ ਦੀ ਮਾਂ ਰੋਂਦੀ ਹੋਈ ਗੁਆਂਢਣ ਦੇ ਗੱਲ ਨਾਲ ਚੰਬੜ ਗਈ। ਬਚਾ ਲਓ ਕੋਈ ਇਸ ਕਾਲੀ ਚੰਦਰੀ ਨੇਰੀ ਤੋਂ। ਹੇ ਵਾਹਿਗੁਰੂ ਰੱਖ ਲੈ, ਬਖਸ਼ ਲੈ। ਉਹ ਉੱਪਰ ਨੂੰ ਹੱਥ ਜੋੜਦੀ ਬੋਲੀ। ਤੂੰ ਹੌਸਲਾ ਨਾ ਛੱਡ, ਚੱਲ ਬੈਠ ਕੇ ਗੱਲ ਕਰਦੇ ਹਾਂ। ਗੁਆਂਢਣ ਮੀਤੋ ਚਰਨ ਕੌਰ ਨੂੰ ਅੰਦਰ ਲੈ ਗਈ। ਕੁਰਸੀ ਤੇ ਬਿਠਾ ਕੇ ਪਾਣੀ ਦਾ ਗਲਾਸ ਦਿੱਤਾ। ਚਰਨ ਕੌਰ ਦੇ ਹੌਕੇ ਨਿਕਲ ਰਹੇ ਸਨ। ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਹੁਣ ਦੱਸ ਕੀ ਗੱਲ ਹੋ ਗਈ ਭੈਣ ਜੀ? ਮੀਤੋ ਕੁਰਸੀ ਖਿੱਚ ਕੇ ਚਰਨ ਕੌਰ ਦੇ ਨੇੜੇ ਹੁੰਦੀ ਬੋਲੀ। ਕੀ ਦੱਸਾਂ ਭੈਣ ਜੀ, ਮੇਰੇ ਪੁੱਤ ਸਿਰਜਣ ਨੂੰ ਕੋਈ ਕੁੜੀ ਪਸੰਦ ਸੀ। ਹੈਗੀ ਤਾਂ ਕਮੀਆਂ ਦੀ ਸੀ, ਫਿਰ ਵੀ ਅਸੀਂ ਪੁੱਤਰ ਦੀ ਖੁਸ਼ੀ ਸਮਝ ਕੇ ਚੁੱਪ ਕਰ ਰਹੇ। ਹੁਣ ਅੱਜ ਪੁਲਿਸ ਮੁੰਡੇ ਨੂੰ ਫੜਨ ਆ ਗਈ ਕਿ ਕੁੜੀ ਨੇ ਧੱਕੇਸ਼ਾਹੀ ਦਾ ਕੇਸ ਪਾਇਆ। ਹਾਏ ਨੀ ਕੱਲ ਜੁਗਣੀ, ਮੇਰੇ ਮੁੰਡੇ ਦੀ ਅਣਖ ਤਾਂ ਵੇਖ ਲੈਂਦੀ। ਚਰਨ ਕੌਰ ਆਪਣੀ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ। ਕੀ ਬੁਲਾਈ ਲੋੜਾ ਆ ਗਿਆ ਭੈਣੇ, ਆਪ ਹੀ ਚੰਬੜਦੀਆਂ ਨੇ ਅੱਜ ਕੱਲ੍ਹ ਤਾਂ। ਨਹੀਂ ਆ ਸਿਰਜਣ ਵਰਗੇ ਸਾਊ ਪੁੱਤ ਭਲੰਕਾ ਨੂੰ ਇਹਨਾਂ ਚੱਕਰਾਂ 'ਚ ਪੈਂਦੇ ਨੇ। ਇਹ ਤਾਂ ਆਪਦੇ ਮਾਂ ਪਿਓ ਦੀ ਹੋਈ ਮਰਜ਼ੀ ਮੰਨਦੇ ਨੇ। ਪਤਾ ਨਹੀਂ ਭੈਣ ਜੀ ਕੀ ਚੱਕਰ ਚਲਾਇਆ ਔਂਤਰੀ ਨੇ। ਮੇਰਾ ਪੁੱਤਰ ਤਾਂ ਅੱਖ ਪੁੱਟ ਕੇ ਨਹੀਂ ਵੇਖਦਾ ਸੀ ਕਿਸੇ ਵੱਲ। ਹੋਰ ਇਹ ਤਾਂ ਬਾਲਾ ਬੀਬਾ ਪੁੱਤ ਹੈ ਚਰਨ ਕੁਰੇ। ਨਹੀਂ ਮੁੰਡੀਰ ਤਾਂ ਹਰਲ ਹਰਲ ਕਰਦੀ ਫਿਰਦੀ ਹੈ ਗਲੀਆਂ 'ਚ। ਇਹ ਤਾਂ ਵਿਚਾਰਾ ਉਈਓ ਹੀ ਬਾਹਰ ਨਹੀਂ ਜਾਂਦਾ ਬਿਨਾਂ ਕੰਮ ਤੋਂ। ਕੀ ਕਰਾਂ ਭੈਣ ਮੀਤੋ, ਕਿਹੜੇ ਦਰ ਤੇ ਅਰਜ਼ੋਈ ਕਰਾਂ? ਮੈਥੋਂ ਕੀ ਭੁੱਲ ਹੋ ਗਈ ਜੋ ਮੇਰਾ ਪੁੱਤਰ ਐਡੇ ਸੰਕਟ 'ਚ ਫਸ ਗਿਆ। ਹਾਏ ਚਰਨ ਕੌਰ ਫਿਰ ਉੱਚੀ ਉੱਚੀ ਰੋਣ ਲੱਗ ਪਈ। ਤੂੰ ਦਿਲ ਹੌਲਾ ਨਾ ਕਰ ਚਰਨ ਕੁਰੇ, ਮਾੜੇ ਦਿਨ ਹੁੰਦੇ ਨੇ, ਲੰਘ ਜਾਂਦੇ ਨੇ। ਜੇ ਤੂੰ ਮੰਨੇ ਤਾਂ ਇੱਕ ਰਸਤਾ ਹੈਗਾ। ਕਿਹੜਾ ਭੈਣ ਜੀ, ਛੇਤੀ ਦੱਸ। ਵੇਖੇ ਮਾੜੇ ਦਿਨਾਂ ਦੇ ਹੀ ਫੇਰ ਹੁੰਦੇ ਨੇ। ਕੀ ਪਤਾ ਉਸ ਕੁੜੀ ਨੇ ਕਿਹੜਾ ਤਵੀਤ ਪਾ ਕੇ ਮੁੰਡਾ ਕੀਲ ਲਿਆ ਤੇਰਾ। ਨਹੀਂ ਇਹ ਤਾਂ ਐਵੇਂ ਕਿਸੇ ਪਿੱਛੇ ਲੱਗਣ ਵਾਲਾ ਦੀਂਦਾ ਨਹੀਂ। ਫਿਰ ਕੀ ਕਰੀਏ ਹੁਣ? ਚਰਨ ਕੌਰ ਨੂੰ ਹੌਕੇ ਆਉਣੇ ਬੰਦ ਹੋ ਗਏ। ਆਪਣੇ ਬੱਸ ਅੱਡੇ ਕੋਲ ਬਾਬਾ ਚੌਂਕੀ ਦਿੰਦਾ ਹਰ ਐਤਵਾਰ ਨੂੰ। ਆਪਦੇ ਘਰ 'ਚ ਹੀ ਮਣਾ ਮੂੰਹੀ ਸੰਗਤ ਆਉਂਦੀ ਹੈ ਪੁੱਛਿਆ ਲੈਣ। ਮੈਂ ਵੀ ਜਾਂਦੀ ਹਾਂ। ਕੀਤੇ ਕਿਰਾਏ ਤੇ ਨਜ਼ਰ ਫਜ਼ਰ ਤੋਂ ਤਾਂ ਬਹੁਤ ਛੇਤੀ ਆਰਾਮ ਆ ਜਾਂਦਾ। ਬਾਬਾ ਕਸਰ ਮਸਰ ਵੀ ਕੱਢ ਦਿੰਦਾ। ਜੇ ਤੂੰ ਚੱਲਣਾ ਚੱਲ ਪਈ। ਮੁੰਡੇ ਤੇ ਜੋ ਕਸ਼ਟ ਆਇਆ ਬਾਬਾ ਭਲੀ ਕਰੇ। ਅੱਛਾ। ਚਰਨ ਕੌਰ ਹੈਰਾਨ ਜੀ ਹੋਈ ਮੀਤੋ ਦੇ ਚਿਹਰੇ ਵੱਲ ਵੇਖਦੀ ਬੋਲੀ। ਜੇ ਮੇਰਾ ਪੁੱਤਰ ਘਰ ਆ ਜਾਏ ਮੈਂ ਤਾਂ ਦਰਗਾਹਾਂ ਤੋਂ ਵੀ ਮਾਫੀ ਮੰਗ ਆਵਾਂ, ਭੁੱਲਾਂ ਬਖਸ਼ਾ ਲਵਾਂ, ਪਰ ਭੈਣ ਜੀ ਸਿਰਜਣ ਦੇ ਪਿਓ ਨੇ ਤਾਂ ਨਹੀਂ ਮੰਨਣਾ। ਅਸੀਂ ਘਰ ਦੇ ਪਾਠ ਪੂਜਾ 'ਚ ਹੀ ਵਿਸ਼ਵਾਸ ਰੱਖਦੇ ਹਾਂ। ਲੈ ਘਰ 'ਚ ਤਾਂ ਹਰ ਕੋਈ ਕਰਦਾ ਹੈ, ਨਾਲੇ ਵੀ ਤਾਂ ਆਪਾਂ ਬਿਮਾਰ ਹੋ ਕੇ ਡਾਕਟਰ ਕੋਲ ਜਾਂਦੇ ਹਾਂ। ਬਸ ਉਵੇਂ ਹੀ ਸਮਝ ਲੈ। ਆਪਣੇ ਕਸ਼ਟਾਂ ਦੀ ਦਵਾ ਦਿੰਦੇ ਨੇ ਬਾਬਾ ਜੀ। ਜੇ ਜਾਣਾ ਹੋਇਆ ਪਰਸੋਂ ਐਤਵਾਰ ਹੀ ਹੈ, ਚੱਲ ਪਈ ਮੇਰੇ ਨਾਲ। ਆਖਦੀ ਮੀਤੋ ਉੱਠ ਕੇ ਘਰ ਨੂੰ ਤੁਰ ਪਈ। ਸਿਰਜਣ ਦਾ ਪਿਓ ਖੇਤਾਂ 'ਚੋਂ ਘਰ ਆਇਆ ਤਾਂ ਚਰਨ ਕੌਰ ਨੇ ਰੋਂਦਿਆਂ ਉਹਨੂੰ ਪੁੱਤਰ ਨੂੰ ਪੁਲਿਸ ਦੇ ਲੈ ਕੇ ਜਾਣ ਬਾਰੇ ਦੱਸਿਆ। ਦੋਵੇਂ ਜੀ ਫਿਕਰਾਂ 'ਚ ਅੱਧਾ ਘੰਟਾ ਚੁੱਪ ਕਰਕੇ ਬੈਠੇ ਰਹੇ। ਸਰਦਾਰਾ ਸਿੰਘ ਤਿਆਰ ਹੋ ਕੇ ਮੁੰਡੇ ਦੇ ਮਗਰ ਥਾਣੇ ਨੂੰ ਤੁਰ ਗਿਆ। ਉਹਦੇ ਜਾਣ ਮਗਰੋਂ ਚਰਨ ਕੌਰ ਕਦੇ ਪਾਠ ਕਰਨ ਲੱਗ ਜਾਂਦੀ, ਕਦੇ ਗੇਟ ਵੱਲ ਗੇੜਾ ਮਾਰਨ ਤੁਰ ਜਾਂਦੀ। ਮਤਾਂ ਕੀ ਪਤਾ ਮੁੰਡਾ ਵਾਪਸ ਆ ਹੀ ਜਾਵੇ। ਜਦੋਂ ਉਹਦਾ ਕੋਈ ਕਸੂਰ ਹੈ ਹੀ ਨਹੀਂ,
ਫਿਰ ਉਹ ਮੀਤੋ ਦੀਆਂ ਗੱਲਾਂ ਬਾਰੇ ਸੋਚਣ ਲੱਗ ਪੈਂਦੀ। ਸ਼ਾਮ ਨੂੰ ਸਰਦਾਰਾ ਸਿੰਘ ਨੇ ਘਰ ਆ ਕੇ ਦੱਸਿਆ ਕਿ ਮੁੰਡੇ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ ਹੈ। ਹੁਣ ਕੇਸ ਚੱਲੇਗਾ। ਚਰਨ ਕੌਰ ਦੇ ਸੰਘੋਂ ਰੋਟੀ ਨਹੀਂ ਸੀ ਲੰਘ ਰਹੀ। ਸਿਰਜਣ ਦੇ ਪਾਪਾ ਅੱਜ ਮੀਤੋ ਆਈ ਸੀ। ਉਹ ਚੁੱਲ੍ਹੇ ਚੌਂਕੇ ਦਾ ਕੰਮ ਨਿਬੇੜ ਕੇ ਸਰਦਾਰਾ ਸਿੰਘ ਦੇ ਮੰਜੇ ਦੀ ਪੈਨ ਤੇ ਬੈਠਦੀ ਬੋਲੀ, ਫਿਰ ਕੀ ਕਹਿੰਦੀ ਮੀਤੋ? ਉਹਨੇ ਆਪਣੇ ਸਿਰਜਣ ਨੂੰ ਪੁਲਿਸ ਨਾਲ ਜਾਂਦਿਆਂ ਵੇਖ ਲਿਆ ਸੀ। ਮੇਰੇ ਕੋਲ ਵਾਹਵਾ ਚਿਰ ਬੈਠੀ ਰਹੀ। ਕਹਿੰਦੀ ਤੇਰੇ ਮੁੰਡੇ ਨੂੰ ਨਜ਼ਰ ਲੱਗੀ ਹੈ, ਬਾਬੇ ਕੋਲੋਂ ਪੁੱਛਿਆ ਲੈ। ਉਹ ਐਵੇਂ ਪੁੱਠੇ ਚੱਕਰਾਂ 'ਚ ਨਹੀਂ ਪਈਦਾ ਚਰਨ ਕੁਰੇ। ਇਹ ਬਾਬੇ ਬੂਬੇ ਐਵੇਂ ਘਰ ਲੁੱਟਦੇ ਨੇ। ਅੱਜ ਤੱਕ ਕਦੇ ਇੰਨੇ ਔਖੇ ਹੋਏ ਆ ਆਪਾਂ? ਦੱਸ। ਇਹ ਜੀਵਨ ਹੈ, ਇਹਦੇ 'ਚ ਜੇ ਸੁੱਖ ਨੇ ਤਾਂ ਦੁੱਖ ਵੀ ਆਉਂਦੇ ਨੇ। ਤੂੰ ਤਾਂ ਰੋਜ਼ ਬਾਣੀ ਪੜ੍ਹਦੀ ਹੈ। ਪੜ੍ਹਦੀ ਹਾਂ ਸਿਰਜਣ ਦੇ ਪਾਪਾ, ਪਰ ਮੇਰਾ ਪੁੱਤ ਕਿਸੇ ਤੇ ਐਵੇਂ ਡੁੱਲਣ ਵਾਲਾ ਨਹੀਂ। ਤੁਸੀਂ ਵੇਖਿਆ ਨਹੀਂ ਕਿਵੇਂ ਨੀਵੀਂ ਜਾਤ ਦੀ ਹੋਣ ਦੇ ਬਾਅਦ ਵੀ ਉਹਦੇ ਨਾਲ ਵਿਆਹ ਕਰਾਉਣ ਲਈ ਜਿੱਦ ਪਾਈ ਸੀ। 2 ਦਿਨ ਰੋਟੀ ਨਹੀਂ ਖਾਧੀ ਮੁੰਡੇ ਨੇ। ਐਡਾ ਕੀਤਾ ਪਾਲ ਪੋਸ ਕੇ। ਇੰਨੀ ਕੁ ਸਮਝ ਤਾਂ ਮੈਨੂੰ ਵੀ ਆਉਂਦੀ ਹੈ ਬਈ ਮੇਰਾ ਪੁੱਤਰ ਕਿਸੇ ਦੇ ਮਗਰ ਲੱਗਦਾ ਹੀ ਨਹੀਂ ਸੀ ਛੇਤੀ ਦੇਣੀ। ਆਹੋ, ਪਰ ਆ ਬਾਬੇ ਕਿਹੜਾ ਅੰਤਰਜਾਮੀ ਹੁੰਦੇ ਨੇ? ਐਵੇਂ ਦੁਨੀਆ ਕਮਲੀ ਕਰਦੇ ਨੇ ਆਪਣੇ ਖਾਣ ਨੂੰ। ਆਪਾਂ ਕਿਹੜਾ ਹੁਣ ਤੱਕ ਗਵਾਇਆ ਕਦੇ ਕੁਝ। ਇਕੱਲੇ ਪੁੱਤਰ ਲਈ ਜੇ ਥੋੜ੍ਹਾ ਬਹੁਤ ਦੇਣਾ ਵੀ ਪੈ ਗਿਆ ਫੇਰ ਕੀ ਆ? ਖਬਰੇ ਕੋਈ ਜੁਗਤ ਬਾਣੀ ਜਾਵੇ, ਬਲਾ ਟਾਲੀ ਜਾਵੇ ਮੇਰੇ ਪੁੱਤ ਤੋਂ। ਨਾਲੇ ਦਾਨ ਪੁੰਨ ਦੀਆਂ ਰਸਮਾਂ ਤਾਂ ਧੁਰੋਂ ਚੱਲਦੀਆਂ ਆਈਆਂ ਨੇ। ਚੱਲ ਵੇਖ ਲੈ ਚਰਨ ਕੁਰੇ, ਐਵੇਂ ਨਾ ਮਗਰ ਲੱਗ ਜੀ ਬਹੁਤਾ। ਬਸ ਇੱਕ ਵਾਰ ਜਾਇਆ, ਕੱਢ ਲੈ ਆਪਦੇ ਦਿਮਾਗ ਦਾ ਵਹਿਮ। ਆਖਦਿਆਂ ਸਰਦਾਰਾ ਸਿੰਘ ਨੇ ਪਾਸਾ ਪਰਤ ਲਿਆ। ਚਰਨ ਕੌਰ ਵੀ ਆ ਕੇ ਆਪਣੇ ਮੰਜੇ ਤੇ ਪੈ ਗਈ, ਪਰ ਉਹਨੂੰ ਨੀਂਦ ਨਹੀਂ ਸੀ ਆ ਰਹੀ। ਸਾਰੀ ਰਾਤ ਉਹਨੂੰ ਝੋਲੇ ਪੈਂਦੇ ਰਹੇ, ਜਿਵੇਂ ਸਿਰਜਣ ਗੇਟ ਖੜਕਾ ਰਿਹਾ ਹੋਵੇ। ਉੱਠ ਕੇ ਧਿਆਨ ਨਾਲ ਸੁਣਦੀ, ਕਦੇ ਲੱਗਦਾ ਉਹ ਹਾਕਾ ਮਾਰ ਰਿਹਾ। ਕਿੰਨੀ ਵਾਰ ਉਹ ਗੇਟ ਕੋਲ ਖਲੋ ਕੇ ਸੁਣ ਕੇ ਆਈ। ਕੀ ਪਤਾ ਪੁਲਿਸ ਨੇ ਛੱਡ ਹੀ ਦਿੱਤਾ ਹੋਵੇ, ਜਦੋਂ ਮੇਰੇ ਪੁੱਤ ਦਾ ਕਸੂਰ ਹੀ ਕੋਈ ਨਹੀਂ। ਸੋਚਾਂ ਸੋਚਦੀ ਨੂੰ ਦਿਨ ਚੜ੍ਹ ਪਿਆ। ਉੱਠ ਕੇ ਉਹਨੇ ਰੋਜ਼ਾਨਾ ਦੀ ਤਰ੍ਹਾਂ ਮੱਝਾਂ ਨੂੰ ਖੁਰਲੀ ਤੇ ਬੰਨਿਆ, ਪੱਠਿਆਂ ਦਾ ਟੋਕਰਾ ਭਰ ਕੇ ਖੁਰਲੀ 'ਚ ਸੁੱਟਿਆ, ਉੱਤੋਂ ਦੀ ਕੌਲਾ ਆਟੇ ਦਾ ਬੁਰਕ ਕੇ ਚੰਗੀ ਤਰ੍ਹਾਂ ਪੱਠਿਆਂ 'ਚ ਰਲਾਤਾ। ਨਹਾ ਧੋ ਕੇ ਪਾਠ ਕਰਨ ਬੈਠ ਗਈ। ਪਾਠ ਕਰਕੇ ਉਹਨੇ ਮੱਝਾਂ ਦੀਆਂ ਧਾਰਾਂ ਕੱਢੀਆਂ ਤੇ ਨਹਾ ਧੋਆ ਕੇ ਢਾਰੇ 'ਚ ਬੰਨ੍ਹਤੀਆਂ। ਚਰਨ ਕੌਰ ਤੋਂ ਅਜੇ ਚੌਂਕੇ 'ਚ ਨਹੀਂ ਸੀ ਵੜਿਆ ਜਾ ਰਿਹਾ। ਲੱਤਾਂ ਘੜੀਸਦੀ ਉਹ ਚਾਹ ਪਾਣੀ ਬਣਾ ਕੇ ਵਿਹਲੀ ਹੋ ਮੀਤੋ ਗੁਆਂਢਣ ਦੇ ਘਰ ਤੁਰ ਪਈ। ਭੈਣੇ, ਬਾਬਾ ਕੁਝ ਲੈਂਦਾ ਵੀ ਹੈ? ਉਹਨੇ ਮੀਤੋ ਕੋਲ ਪੀੜੀ ਤੇ ਬੈਠਦਿਆਂ ਪੁੱਛਿਆ। ਮੀਤੋ ਪੀੜੀ ਤੇ ਬੈਠੀ ਸੁਆਹ ਨਾਲ ਭਾਂਡੇ ਮਾਂਜ ਰਹੀ ਸੀ। ਵੇਖ ਭੈਣ ਜੀ, ਹੁਣ ਤੈਨੂੰ ਪਤਾ ਹੈ ਬਈ ਢਿੱਡ ਤਾਂ ਭਰਨਾ ਹੀ ਹੋਇਆ ਅਗਲੇ ਨੇ। ਇੰਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਹੁੰਦੀਆਂ ਨੇ, ਜੇ ਭਲਾ ਉਹ ਲੈ ਵੀ ਲਵੇ ਫਿਰ ਹਰਜੀ ਕੀ ਹੈ? ਉਹ ਆਪਾਂ ਡਾਕਟਰਾਂ ਨੂੰ ਵੀ ਤਾਂ ਪੂਜਦੇ ਹਾਂ। ਜੈਖਾਨੇ ਦੇ ਹੱਥ ਲਾਉਣ ਦਾ 200 ਰੁਪਈਆ ਲੈਂਦੇ ਆ। ਹਾਂ, ਉਹ ਤਾਂ ਠੀਕ ਹੈ। ਕਿੰਨਾ ਕੁ ਦੇਣਾ ਹੁੰਦਾ ਫਿਰ? ਉਹ ਤਾਂ ਚਰਨ ਕੁਰੇ ਤੇਰੇ ਤੇ ਹੈ। ਮੈਂ ਤਾਂ ਬਾਬਾ ਜੀ ਨੂੰ ਦੇਣ ਲੱਗੇ ਕਦੇ ਕਿਰਸ ਨਹੀਂ ਕੀਤੀ। ਹੁਣ ਤੇਰਾ ਸੋਨੇ ਵਰਗਾ ਪੁੱਤਰ ਹੈ, ਸੁੱਖ ਨਾਲ ਸੋਨੇ ਦੀ ਕੋਈ ਚੀਜ਼ ਚੜਾਏਂਗੀ ਤਾਂ ਛੇਤੀ ਆ ਜੂ ਘਰ ਮੁੰਡਾ। ਮੀਤੋ ਦੀ ਗੱਲ ਸੁਣ ਕੇ ਚਰਨ ਕੌਰ ਸੋਚੀ ਪੈ ਗਈ। ਸੋਨਾ ਤਾਂ ਘਰ ਰੱਖਿਆ ਹੀ ਨਹੀਂ ਕਦੇ। ਜਿੰਨਾ ਵੀ ਹੈ ਥੋੜ੍ਹਾ ਬਹੁਤ ਸ਼ਹਿਰ ਬੈਂਕ ਦੇ ਲੋਕਰ 'ਚ ਪਿਆ। ਬਹਿ ਜਾ, ਮੈਂ ਚਾਹ ਬਣਾਉਂਦੀ ਹਾਂ। ਮੀਤੋ ਪੀੜੀ ਤੋਂ ਉੱਠਦਿਆਂ ਬੋਲੀ। ਬੀਜੀ ਬਹਿ ਜਾਓ ਤੁਸੀਂ, ਮੈਂ ਚਾਹ ਰੱਖ ਦਿੱਤੀ ਹੈ। ਅੰਦਰੋਂ ਮੀਤੋ ਦੀ ਨੂੰਹ ਦੀ ਆਵਾਜ਼ ਆਈ। ਨਹੀਂ ਹਲਾ ਆ ਗੜਵੀ ਵਾਲਾ ਦੁੱਧ ਪਾਈ ਮੈਨੂੰ ਚਾਹ 'ਚ, ਮੀਤੋ ਨੇ ਉੱਚੀ ਸਾਰੀ ਆਵਾਜ਼ ਦਿੰਦਿਆਂ ਸਮਝਾਇਆ। ਉਹ ਚਰਨੋਂ ਦੇ ਨੇੜੇ ਹੋ ਕੇ ਬੁੜਬੁੜਾਉਣ ਲੱਗੀ। ਕੀ ਦੱਸਾਂ ਭੈਣੇ, ਆ ਮੇਰੀ ਨੂੰਹ ਹੈ, ਕਿਸੇ ਕੰਮ ਦੀ ਅਕਲ ਨਹੀਂ। ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਮੈਂ ਤਾਂ ਧਾਰ ਚੋਂਦੇ ਸਾਰੀ ਦੁੱਧ 'ਚ ਪਾਣੀ ਪਾ ਦਿੰਦੀ ਹਾਂ। ਨਹੀਂ ਜੈ ਖਾਣੀ, ਇਹ ਤਾਂ ਘੰਟੇ 'ਚ ਹੀ ਜੱਗ ਦੁੱਧ ਦੇ ਖਾਲੀ ਕਰ ਦਿੰਦੇ ਨੇ। ਤੇ ਜੇ ਮੈਂ ਦੁੱਧ ਘਿਓ ਨੂੰ ਜੰਦਰੇ ਮਾਰ ਕੇ ਰੱਖਾਂ, ਇਹ ਤਾਂ ਜਣਦਿਆਂ ਦੇ ਪੀਪੇ ਖਾਲੀ ਰੱਖਿਆ ਕਰਨ ਸਾਰੇ। ਮੈਂ ਤਾਂ ਭੈਣ ਜੀ ਆਪਣਾ ਰਾਸ਼ਨ ਵੀ ਵੱਖਰਾ ਰੱਖਦੀ ਹਾਂ। ਸਾਬਣਾ ਤਾਂ ਐਂ ਮਲ ਮਲ ਕੇ ਨਹਾਉਂਦੀ ਹੈ ਵੀ ਹਫ਼ਤੇ 'ਚ ਟਿੱਕੀ ਖਤਮ। ਹੈ ਕਿਤੇ ਟੱਬਰ ਪਲਦੇ ਨੇ ਦੱਸ। ਚਰਨ ਕੌਰ ਉਹਦੇ ਮੂੰਹ ਵੱਲ ਵੇਖ ਰਹੀ ਸੀ। ਉਹਨੂੰ ਸੁੱਝ ਨਹੀਂ ਸੀ ਰਿਹਾ ਕਿ ਮੀਤੋ ਨੂੰ ਕੀ ਜਵਾਬ ਦੇਵੇ। ਉਹ ਹੂੰ ਆਹੋ ਹੋਰ ਕੀ ਬੋਲਦੀ ਹਾਂ 'ਚ ਹਾਂ ਮਿਲਾ ਰਹੀ ਸੀ। ਜੇ ਭਲਾ ਭੈਣ ਜੀ ਮੈਂ ਪੈਸਾ ਧੇਲਾ ਆਪਣੀ ਮੁੱਠ 'ਚ ਨਾ ਰੱਖਾਂ, ਇਹ ਤਾਂ ਦਿਨਾਂ 'ਚ ਉਡਾ ਦੇਣ ਖਾ ਪੀ ਕੇ। ਦੂਜੇ ਕੁ ਦਿਨ ਸ਼ਹਿਰ ਨੂੰ ਤੁਰ ਪੈਣਗੇ। ਆਖੇ ਜੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ, ਮੱਥਾ ਟੇਕਣ ਪਟਿਆਲੇ ਨੂੰ। ਭਲਾ ਘਰ ਨਹੀਂ ਕੰਮ ਹੁੰਦਾ? ਦੱਸ। ਉਹ ਤਾਂ ਭਲਾ ਹੋਵੇ ਪੁੱਸਿਆਂ ਵਾਲੇ ਬਾਬਾ ਜੀ ਦਾ, ਜਿਨ੍ਹਾਂ ਕਰਕੇ ਇਸ ਘਰ 'ਚ ਬਰਕਤ ਹੈ, ਨਹੀਂ ਤਾਂ ਖਬਰ ਨਹੀਂ ਕੀ ਬਣੇ। ਮੀਤੋ ਚੁੰਨੀ ਦੇ ਲੜ ਨੂੰ ਬੁੱਲਾਂ 'ਚ ਚੱਬਦੀ ਬੋਲ ਰਹੀ ਸੀ। ਉਹਦੀ ਨੂੰਹ 2 ਗਲਾਸ ਚਾਹ ਦੇ ਰੱਖ ਕੇ ਗਈ। ਚਾਹ ਪੀ ਕੇ ਚਰਨ ਕੌਰ ਘਰ ਨੂੰ ਆ ਗਈ। ਮੀਤੋ ਦੀਆਂ ਗੱਲਾਂ ਨੇ ਉਹਨੂੰ ਦੁਚਿੱਤੀ ਕਰ ਦਿੱਤਾ। ਸਾਰੇ ਪਿੰਡ ਨੂੰ ਪਤਾ ਸੀ ਮੀਤੋ ਦੇ ਨੂੰਹ ਪੁੱਤ ਬਹੁਤ ਸਾਊ ਸੁਭਾਅ ਹਨ ਤੇ ਨੂੰਹ ਸਾਰਾ ਦਿਨ ਘਰ ਦੇ ਕੰਮ ਕਰਦੀ, ਸੱਸ ਦੀਆਂ ਗਾਲਾਂ ਖਾਂਦੀ ਰਹਿੰਦੀ ਹੈ।
ਪਰ ਅੱਗੋਂ ਕਦੇ ਨਹੀਂ ਬੋਲਦੀ। ਉਹਦਾ ਪੁੱਤਰ ਖੇਤਾਂ 'ਚ ਹਾੜੀ ਸੌਣੀ ਬੀਜਦਾ, ਪੈਸੇ ਵੱਟ ਕੇ ਮਾਂ ਦੇ ਹੱਥ ਫੜਾ ਦਿੰਦਾ। ਚਰਨ ਕੌਰ ਨੇ ਕੱਲ ਨੂੰ ਬਾਬੇ ਕੋਲ ਜਾਣ ਦਾ ਪੱਕਾ ਨਿਸ਼ਚਾ ਕਰ ਲਿਆ। ਖੌਰੇ ਬਾਬੇ ਦੀ ਕਿਰਪਾ ਕਰਕੇ ਮੀਤੋ ਦਾ ਟੱਬਰ ਉਹਦੀ ਮੁੱਠੀ 'ਚ ਹੋਵੇ। ਐਤਵਾਰ ਨੂੰ ਸਵੇਰੇ ਸਾਜਰੇ ਤਿਆਰ ਹੋ ਕੇ ਚਰਨ ਕੌਰ ਤੇ ਗੁਰਮੀਤੋ ਸਮਾਣੇ ਦੀ ਬੱਸ ਚੜ੍ਹ ਗਈਆਂ। ਦੋਹਾਂ ਨੇ ਹਲਕੇ ਬੂਟੀਆਂ ਵਾਲੇ ਫਿੱਕੇ ਰੰਗ ਦੇ ਸੂਟ ਪਾਏ ਤੇ ਕਰੀਮ ਰੰਗ ਦੇ ਦੁਪੱਟੇ ਸਵਾਰ ਕੇ ਸਿਰ ਤੇ ਲਏ ਸਨ। ਦੁਪੱਟਿਆਂ ਨਾਲ ਮੂੰਹ ਤੇ ਹਲਕਾ ਜਿਹਾ ਘੁੰਡ ਕੱਢਿਆ ਸੀ। ਭੀੜੀ ਜੀ ਗਲੀ ਵਿੱਚੋਂ ਲੰਘਦਿਆਂ ਨਾਲੀ ਚੋਂ ਆ ਰਹੀ ਬਦਬੂ ਨੇ ਚਰਨ ਕੌਰ ਦਾ ਸਿਰ ਦੁਖਣ ਲਾਤਾ। ਸਾਰੀ ਗਲੀ ਲੰਘ ਕੇ ਖੱਬੇ ਹੱਥ ਨੁੱਕਰ ਵਾਲਾ ਘਰ ਬਾਬਾ ਜੀ ਦਾ ਸੀ। ਗੇਟ ਤੇ ਚੱਪਲਾਂ ਜੁੱਤੀਆਂ ਦੇ ਢੇਰ ਲੱਗੇ ਸੀ। ਚਰਨ ਕੌਰ ਤੇ ਮੀਤੋ ਨੇ ਵੀ ਜੋੜੇ ਉੱਥੇ ਹੀ ਲਾਤੇ। ਗੇਟ ਵੜਦਿਆਂ ਹੀ ਸੱਜੇ ਹੱਥ ਬੈਠਕ ਬਣੀ ਸੀ। ਬੈਠਕ ਦੇ ਅੰਦਰ ਪਲੰਗ ਤੇ ਬਾਬਾ ਜੀ ਬਿਰਾਜਮਾਨ ਸਨ। ਲੋਕਾਂ ਦੀ ਭੀੜ ਨਾਲ ਬੈਠਕ ਦੇ ਬਾਹਰ ਵਾਲਾ ਵਰਾਂਡਾ ਵੀ ਭਰਿਆ ਪਿਆ ਸੀ। ਸਾਰੇ ਹੱਥ ਜੋੜ ਕੇ ਨੀਵੀਆਂ ਪਾਈ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਬਾਬਾ ਜੀ ਦਾ ਇੱਕ ਚੇਲਾ ਲੋਕਾਂ ਨੂੰ ਵਾਰੀ ਸਿਰ ਬੁਲਾ ਰਿਹਾ ਸੀ। ਜਿਹਦੀ ਵਾਰੀ ਹੁੰਦੀ ਉੱਠਦਾ, ਬਾਬਾ ਜੀ ਦੇ ਗੋਡੇ ਘੁੱਟ ਕੇ ਪੈਸੇ ਰੱਖ ਕੇ ਮੱਥਾ ਟੇਕਦਾ, ਚੌਂਕੜੀ ਮਾਰ ਕੇ ਨੀਵੀਂ ਪਾ ਬਾਬਾ ਜੀ ਦੇ ਸਾਹਮਣੇ ਬੈਠ ਜਾਂਦਾ। ਚਰਨ ਕੌਰ ਤੇ ਮੀਤੋ ਵਰਾਂਡੇ 'ਚ ਹੀ ਬੈਠ ਗਈਆਂ, ਪਰ ਬਾਬਾ ਜੀ ਦੇ ਚੇਲੇ ਨੇ ਇਸ਼ਾਰਾ ਕਰਕੇ ਉਹਨਾਂ ਨੂੰ ਅੰਦਰ ਬੈਠਣ ਲਈ ਕਿਹਾ। ਦੋਵੇਂ ਬੈਠਕ ਦੇ ਅੰਦਰ ਇੱਕ ਪਾਸੇ ਕੰਧ ਨਾਲ ਢੋਹ ਲਾ ਕੇ ਬੈਠ ਗਈਆਂ। ਸ਼ਾਇਦ ਮੀਤੋ ਹਰ ਹਫ਼ਤੇ ਆਉਂਦੀ ਸੀ, ਇਸੇ ਲਈ ਉਹਨੂੰ ਅੰਦਰ ਬਿਠਾ ਲਿਆ ਗਿਆ ਸੀ। ਚਰਨ ਕੌਰ ਨੇ ਅੰਦਰ ਬੈਠਿਆਂ ਗੌਰ ਨਾਲ ਬਾਬਾ ਜੀ ਵੱਲ ਵੇਖਿਆ। ਬਾਬਾ ਜੀ ਨੇ ਦੁੱਧ ਚਿੱਟੇ ਕੱਪੜੇ ਪਾਏ ਸਨ। ਪਲੰਗ ਤੇ ਚਿੱਟੀ ਨਿਸ਼ੋ ਚਾਦਰ ਵਿਛਾਈ ਸੀ। ਸਾਰੀ ਬੈਠਕ 'ਚ ਗੁਰੂਆਂ, ਪੀਰਾਂ, ਭਗਤਾਂ ਤੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ ਸਨ। ਪਲੰਗ ਦੇ ਖੱਬੇ ਪਾਸੇ ਦੀ ਗੁੱਠ ਤੇ ਕੰਧ 'ਚ ਇੱਕ ਆਲਾ ਜਿਹਾ ਬਣਿਆ ਸੀ। ਆਲੇ 'ਚ ਜੋਤ ਜਗ ਰਹੀ ਸੀ। 6-7 ਧੂਪ ਦੀਆਂ ਡੰਡੀਆਂ ਆਲੂ 'ਚ ਫਸਾ ਕੇ ਧੁਖਾਈਆਂ ਹੋਈਆਂ। ਸਾਰੀ ਬੈਠਕ 'ਚ ਧੂਪ ਦੀ ਭਿੰਨੀ ਭਿੰਨੀ ਖੁਸ਼ਬੂ ਆ ਰਹੀ ਸੀ। ਬਾਬਾ ਜੀ ਨੇ ਖੱਬੇ ਹੱਥ 'ਚ ਮਾਲਾ ਫੜੀ ਹੋਈ ਸੀ। ਸੱਜੇ ਹੱਥ ਨਾਲ ਉਹ ਮੱਥਾ ਟੇਕਣ ਵਾਲੇ ਦਾ ਸਿਰ ਪਲੋਸ ਦਿੰਦੇ। ਉਹਨਾਂ ਦੇ ਨੇਤਰ ਅੱਧੇ ਬੰਦ ਸਨ। ਉਹਨਾਂ ਦਾ ਸਿਰ ਲਗਾਤਾਰ ਗੋਲ ਗੋਲ ਘੁੰਮ ਰਿਹਾ ਸੀ। ਕੋਈ ਪੁੱਛਦਾ, ਬਾਬਾ ਜੀ ਮੈਂ ਨੇ ਇੱਕਦਮ ਦੁੱਧ ਦੇਣਾ ਬੰਦ ਕਰਤਾ, ਅਜੇ ਤਾਂ ਲੁਆਈ ਵੀ ਨਹੀਂ ਕਿਤੇ। ਕਿਰਪਾ ਕਰੋ, ਦੁੱਧ ਤੋਂ ਬੜੇ ਤੰਗ ਆ। ਬਾਬਾ ਜੀ ਬਚਨ ਕਰਦੇ, ਪੁੱਤਰਾ ਮੈਂ ਨਜ਼ਰੀ ਗਈ ਹੈ, ਆ ਲੋ ਰਾਖ, ਪੇੜੇ 'ਚ ਪਾ ਕੇ ਮੈਂ ਨੂੰ ਚਾਰ ਦਿਓ। ਤੇ ਬਾਬਾ ਜੀ ਉਹਨੂੰ ਕਾਗਜ਼ 'ਚ ਲਪੇਟੀ ਹੋਈ ਸੁਆਹ ਦੀ ਪੁੜੀ ਫੜਾ ਦਿੰਦੇ। ਸ਼ਰਧਾਲੂ 100 ਰੁਪਇਆ ਮੱਥਾ ਟੇਕਦਾ, ਗੋਡਿਆਂ ਨੂੰ ਘੁੱਟ ਕੇ ਉੱਠ ਕੇ ਚਲਾ ਜਾਂਦਾ। ਕਿਸੇ ਨੇ ਪੁੱਛਿਆ, ਬਾਬਾ ਜੀ ਮੁੰਡਾ ਕਹਿਣੇ ਤੋਂ ਬਾਹਰ ਹੋ ਗਿਆ, ਘਰ ਖਰਚਾ ਪਾਣੀ ਨਹੀਂ ਦਿੰਦਾ, ਜਿੰਨਾ ਵੀ ਆੜਤੀਏ ਤੋਂ ਫੜਦਾ ਹੈ ਆਪ ਹੀ ਖਾ ਪੀ ਜਾਂਦਾ, ਘਰ ਤਾਂ ਵੜਦਾ ਹੀ ਨਹੀਂ। ਜੇ ਨੇਰੇ ਸਵੇਰੇ ਆਉਂਦਾ ਤਾਂ ਕਿਸੇ ਨਾਲ ਸਿੱਧੇ ਮੂੰਹ ਬੋਲਦਾ ਨਹੀਂ। ਕਿਰਪਾ ਕਰੋ, ਬੜੇ ਦੁਖੀ ਹਾਂ। ਬੱਚਾ ਘਰ 'ਚ ਓਪਰੀ ਸ਼ੈ ਦੀ ਕਸਰ ਹੈ। ਆਹ ਰਾਖ ਪਾਣੀ 'ਚ ਘੋਲ ਕੇ ਸਾਰੇ ਘਰ 'ਚ ਜਲ ਦਾ ਛਿੱਟਾ ਦੇਣਾ। ਘਰ ਆਏ ਮੁੰਡੇ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਰੋਟੀ ਪਾਣੀ ਖਵਾਉਣਾ ਤੇ ਕਿਸੇ ਗੱਲੋਂ ਟੋਕਣਾ ਨਹੀਂ। ਹਰ ਗੱਲ ਸਹਿਜ ਭਾਰ ਨਾਲ ਕਰਨਾ, ਗੁਰੂ ਭਲੀ ਕਰੇਗਾ। ਪੁੱਛਿਆ ਲੈਣ ਵਾਲੇ ਨੇ 200 ਰੁਪਇਆ ਮੱਥਾ ਟੇਕਿਆ, ਗੋਡੇ ਘੁੱਟੋ ਉੱਥੋਂ ਚਲਾ ਗਿਆ। ਅਗਲੀ ਪੁੱਛਿਆ ਲੈਣ ਵਾਲੀ ਤੀਵੀਂ ਨੇ ਪੁੱਛਿਆ, ਬਾਬਾ ਜੀ ਸਰੀਰ ਠੀਕ ਨਹੀਂ ਰਹਿੰਦਾ, ਮੰਜੇ ਤੋਂ ਉੱਠ ਕੇ ਤਾਂ ਜਿਵੇਂ ਤੁਰਿਆ ਹੀ ਨਹੀਂ ਜਾਂਦਾ। ਹਰ ਵੇਲੇ ਹੱਡਾਂ ਗੋਡਿਆਂ 'ਚ ਦਰਦ, ਪੈਰਾਂ 'ਚ ਦਰਦਾਂ, ਬਹੁਤਾ ਕੰਮ ਕੀਤੇ ਨੂੰ ਵੀ ਮਹੀਨੇ ਹੋ ਗਏ, ਨੂੰਹਾਂ ਹੀ ਕਰਦੀਆਂ, ਪਰ ਇਹ ਸਰੀਰ ਫੇਰ ਵੀ ਨਹੀਂ ਚੱਲਦਾ। ਕਿਰਪਾ ਕਰੋ ਬਾਬਾ ਜੀ, ਚੰਗੀ ਸਿਹਤ ਬਖਸ਼ੋ। ਬਾਬਾ ਜੀ ਨੇ ਤੀਵੀਂ ਦਾ ਸਿਰ ਪਲੋਸਦਿਆਂ ਬਚਨ ਕੀਤੇ, ਬੀਬੀ ਤੂੰ ਕੋਈ ਪੱਕੀ ਥਾਂ ਜਾਂ ਟੂਣਾ ਟਾਮਣ ਟੱਪ ਗਈ ਹੈ। ਆਹ ਰਾਖ 5 ਖੁਰਾਕਾਂ ਬਣਾ ਕੇ 5 ਦਿਨ ਪਾਣੀ 'ਚ ਘੋਲ ਕੇ ਪੀਣੀ ਹੈ, ਸਵੇਰੇ ਸੁੱਚੇ ਮੂੰਹ, ਫਿਰ ਅੰਨ ਪਾਣੀ ਛਕਣਾ। 5ਵੇਂ ਦਿਨ ਡਾਕਟਰ ਕੋਲੋਂ ਟੈਸਟ ਕਰਵਾ ਕੇ ਦਵਾਈ ਲੈ ਲੈਣਾ, ਰਿਪੋਰਟਾਂ ਸਹੀ ਹੋਣਗੀਆਂ। ਤੁਰਨ ਫਿਰਨ ਰੱਖੋ ਭੋਰਾ, ਬੈਠਣਾ ਨਹੀਂ ਜ਼ਿਆਦਾ। 7 ਬਚਨ ਬਾਬਾ ਜੀ ਆਖਦਿਆਂ ਉਹਨੇ 500 ਦਾ ਨੋਟ ਕੱਢ ਕੇ ਬਾਬਾ ਜੀ ਅੱਗੇ ਪਿੱਛੇ ਚਿੱਟੇ ਕੱਪੜੇ ਤੇ ਧਰ ਦਿੱਤਾ ਤੇ ਗੋਡੇ ਘੁੱਟ ਕੇ ਖੜੀ ਹੋ ਗਈ। ਬਾਬਾ ਜੀ ਦੇ ਚੇਲੇ ਨੇ ਇਸ਼ਾਰਾ ਕਰਕੇ ਕਿਹਾ, ਆ ਜਾਓ ਅਗਲੇ ਜੀ। ਅਗਲੀ ਪੁੱਛਿਆ ਲੈਣ ਵਾਲੀ ਵੀ ਤੀਵੀਂ ਸੀ। ਬਾਬਾ ਜੀ ਨੂੰ ਮੱਥਾ ਟੇਕਦਿਆਂ ਸਿਰ ਨਵਾ ਕੇ ਹੱਥ ਜੋੜਦਿਆਂ ਬੋਲੀ, ਬਾਬਾ ਜੀ ਅੱਜ ਜਵਾਕਾਂ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ, ਸਾਰਾ ਦਿਨ ਟੀਵੀ ਦੇਖੀ ਜਾਂਦੇ ਆ, ਇੰਨੀਆਂ ਫੀਸਾਂ ਭਰਦੇ ਆ ਆਏ ਮਹੀਨੇ, ਕਿਰਪਾ ਕਰੋ, ਬੁੱਧੀ ਬਖਸ਼ੋ। ਉਹਨੇ ਸਿਰ ਬਾਬਾ ਜੀ ਦੇ ਗੋਡਿਆਂ ਤੇ ਟਿਕਾ ਲਿਆ। ਬਾਬਾ ਜੀ ਨੇ ਸੱਜੇ ਹੱਥ ਨਾਲ ਸਿਰ ਪਲੋਸਦਿਆਂ ਬਚਨ ਕੀਤਾ, ਬੀਬੀ ਬੱਚਿਆਂ ਨੂੰ ਬਹੁਤ ਬੁਰੀ ਨਜ਼ਰ ਲੱਗੀ ਹੈ। ਆਹੋ ਬਾਬਾ ਜੀ, ਗੁਆਂਢਣ ਮੇਲੋ ਤਾਂ ਬਾਹਲਾ ਸੜਦੀ ਹੈ, ਉਹਦੀ ਨੂੰਹ ਦੇ ਮੁੰਡਾ ਨਹੀਂ ਹੋਇਆ ਅਜੇ ਤੱਕ, ਤੇ ਮੇਰੀ ਨੂੰਹ ਦੀ ਸੁੱਖ ਨਾਲ ਜੋੜੀ ਪੁੱਤਾਂ ਦੀ ਆ। ਤੀਵੀਂ ਉਵੇਂ ਹੀ ਨੀਵੀਂ ਪਾਈ ਬੋਲੀ, ਬੀਬੀ ਹਰ ਵੇਲੇ ਸੜਨ ਵਾਲਾ ਤੁਹਾਡੇ ਆਸ-ਪਾਸ ਰਹਿੰਦਾ ਹੋਵੇ ਤਾਂ ਚੰਗਾ ਨਹੀਂ ਹੁੰਦਾ। ਆਹ ਰਾਖ ਲੈ ਜਾਓ, ਬੱਚਿਆਂ ਨੂੰ ਇਹਦੇ ਨਾਲ ਇਸ਼ਨਾਨ ਕਰਾਉਣਾ, ਜਲ 'ਚ ਪਾ ਕੇ ਛਕਾਉਣੀ ਹੈ। ਟੀਵੀ ਦਾ ਟਾਈਮ ਬੰਨ੍ਹ ਦਿਓ, ਸ਼ਾਮ ਨੂੰ ਘੰਟਾ ਵੇਖਣ ਦਿਓ,
उस तो बाद तारां कढ़ दिया करो चुप करके, ते कह दिया करो केबल च लाइट चली गई। पढ़ाउण लई आप कोल बैठिया करो, रब भली करूगा। तीवी ने 200 ਦਾ ਨੋਟ ਕੱਢ ਕੇ ਬਾਬਾ ਜੀ ਅੱਗੇ ਵਿਛੇ ਹੋਏ ਚਿੱਟੇ ਰੁਮਾਲੇ ਤੇ ਧਰਿਆ ਤੇ ਦੋਹਾਂ ਹੱਥਾਂ ਨਾਲ ਗੋਡੇ ਘੁੱਟ ਕੇ ਖੜੀ ਹੋ ਗਈ। ਚਰਨ ਕੌਰ ਸੋਚੀ ਪੈ ਗਈ, ਮੈਂ ਬਾਬਾ ਜੀ ਮਹਾਰਾਜ ਨੂੰ ਕਿੰਨੇ ਪੈਸੇ ਮੱਥਾ ਟੇਕਾਂ। ਉਹ ਮਨ ਹੀ ਮਨ ਹਿਸਾਬ ਕਿਤਾਬ ਲਾਉਣ ਲੱਗੇ। ਤੇਰਾ ਸੋਨੇ ਵਰਗਾ ਪੁੱਤ ਹੈ, ਸਿਉਣਾ ਚੜਾਏਂਗੀ ਤਾਂ ਛੇਤੀ ਘਰ ਆ ਜਾਓ। ਉਹਦੇ ਕੰਨਾਂ 'ਚ ਮੀਤੋ ਦੇ ਬੋਲ ਗੂੰਜੇ, ਸਿਉਣਾ ਤਾਂ ਹੈ ਨਹੀਂ ਹੁਣ, ਆਹ ਅੰਗੂਠੀ ਨਹੀਂ, ਇਹ ਤਾਂ ਤੀਵੀਆਂ ਵਾਲੀ ਹੈ, ਵਾਲੀਆਂ ਇਹ ਵੀ ਤੀਵੀਆਂ ਦੀਆਂ ਨੇ। ਉਹ ਸੋਚਦੀ ਰਹੀ, ਉਹਨੇ ਜੋ ਵੀ ਪਾਇਆ ਹੋਇਆ ਸੀ ਉਹ ਤਾਂ ਤੀਵੀਆਂ ਦੇ ਗਹਿਣੇ ਹੋਏ। ਨਹੀਂ, ਪਰ ਅੱਜ ਤਾਂ ਸਿਉਣਾ ਹੀ ਚੜਾ ਕੇ ਜਾਊਂਗੀ। ਹੇ ਰੱਬਾ, ਮੇਰਾ ਸਿਉਣਾ ਪੁੱਤ ਘਰ ਮੋੜ ਲਿਆ। ਸੋਚਦਿਆਂ ਉਹਦੀਆਂ ਅੱਖਾਂ ਭਰ ਆਈਆਂ। ਉਹਨੇ ਦੁਪੱਟੇ ਨਾਲ ਅੱਖਾਂ ਪੂੰਝ ਲਈਆਂ, ਆਪਣੇ ਕੰਨਾਂ 'ਚੋਂ ਵਾਲੀਆਂ ਲਾਉਣ ਲੱਗ ਪਈ। ਮੀਤੋ ਨੇ ਬਾਬਾ ਜੀ ਦੇ ਚੇਲੇ ਨੂੰ ਹੱਥ ਨਾਲ ਇਸ਼ਾਰਾ ਕੀਤਾ। ਅਗਲੀ ਵਾਰੀ ਬਾਬਾ ਜੀ ਦੇ ਚੇਲੇ ਨੇ ਉਹਨਾਂ ਨੂੰ ਇਸ਼ਾਰਾ ਕਰਦਿਆਂ ਆਵਾਜ਼ ਦਿੱਤੀ, ਚਲੋ ਭਾਈ ਬੀਬੀਆਂ। ਮੀਤੋ ਤੇ ਚਰਨ ਕੌਰ ਉੱਠ ਕੇ ਬਾਬਾ ਜੀ ਵੱਲ ਤੁਰ ਪਈਆਂ। ਮੀਤੋ ਆਪ ਪਿੱਛੇ ਹੋ ਗਈ, ਚਰਨ ਨੂੰ ਉਹਨੇ ਅੱਗੇ ਕਰ ਦਿੱਤਾ। ਚਰਨ ਕੌਰ ਨੇ ਦੋਹੇ ਹੱਥ ਜੋੜ ਕੇ ਗੋਡਿਆਂ ਦੇ ਭਾਰ ਹੋ ਕੇ ਬਾਬਾ ਜੀ ਅੱਗੇ ਮੱਥਾ ਟੇਕਿਆ। ਦੋਵਾਂ ਹੱਥਾਂ ਨਾਲ ਬਾਬਾ ਜੀ ਦੇ ਗੋਡੇ ਘੁੱਟਦਿਆਂ ਉੱਚੀ ਉੱਚੀ ਰੋਣ ਲੱਗ ਪਈ। ਬਾਬਾ ਜੀ ਨੇ ਸੱਜਾ ਹੱਥ ਉਹਦੇ ਸਿਰ ਤੇ ਪਲੋਸਦਿਆਂ ਬਚਨ ਕੀਤਾ, ਕੀ ਗੱਲ ਆ ਭਾਈ, ਇੰਨਾ ਦੁੱਖ ਕਾਹਤੋਂ? ਕੀ ਦਸੀਏ ਬਾਬਾ ਜੀ, ਕਰਮਾਂ ਦੀ ਮਾਰੀ ਆ ਵਿਚਾਰੀ। ਜਵਾਨ ਤੇ ਕੱਲਾ ਕੱਲਾ ਪੁੱਤ ਮੁਕੱਦਮਿਆਂ ਦੇ ਚੱਕਰਾਂ 'ਚ ਫਸ ਗਿਆ, ਪੁਲਿਸ ਫੜ ਕੇ ਲੈ ਗਈ। ਕੋਈ ਕੁੜੀ ਦਾ ਚੱਕਰ ਸੀ, ਕਿਰਪਾ ਕਰੋ, ਦੁੱਖਾਂ ਦੀ ਮਾਰੀ ਹੈ। ਚਰਨ ਕੌਰ ਦੀ ਥਾਂ ਮੀਤੋ ਨੇ ਬਾਬਾ ਜੀ ਨੂੰ ਹੱਥ ਜੋੜਦਿਆਂ ਸਾਰੀ ਵਿਥਿਆ ਸੁਣਾਈ। ਮੀਤੋ ਦੀ ਗੱਲ ਸੁਣ ਕੇ ਬਾਬਾ ਜੀ ਨੇ ਆਪਣੇ ਨੇਤਰ ਖੋਲ੍ਹੇ, ਅੱਖਾਂ ਭਰ ਕੇ ਚਰਨ ਕੌਰ ਵੱਲ ਤੱਕਿਆ, ਫੇਰ ਬੰਦ ਕਰ ਲਈਆਂ। ਉਹਨਾਂ ਦਾ ਸਿਰ ਗੋਲ ਗੋਲ ਘੁੰਮ ਰਿਹਾ ਸੀ। ਸੱਜੇ ਹੱਥ ਨਾਲ ਜ਼ੋਰ ਦੀ ਚਰਨ ਕੌਰ ਦੀ ਪਿੱਠ ਤੇ ਥਾਪੜਾ ਦਿੰਦਿਆਂ ਉਹ ਜੋਸ਼ 'ਚ ਬਚਨ ਕਰਨ ਲੱਗੇ, ਹੌਸਲਾ ਰੱਖੋ ਬੀਬੀ, ਤੇਰੇ ਪੁੱਤਰ ਨੂੰ ਤੱਤੀ ਵਾਹ ਨਹੀਂ ਲੱਗਣ ਦਿਆਂਗੇ। ਜਾਓ, ਤੁਹਾਡੇ ਨਾਲ ਬਚਨ ਰਿਹਾ, ਪੁੱਤਰ ਦਾ ਵਾਲ ਵਿੰਗਾ ਨਹੀਂ ਹੋਣ ਦਿੰਦੇ। ਬਾਬਾ ਜੀ ਦੀ ਆਵਾਜ਼ ਹੋਰ ਉੱਚੀ ਹੋ ਗਈ, 5 ਚੌਂਕੀਆਂ ਭਰੋ ਇੱਥੇ, ਪੁੱਤਰ ਦੇ ਨਾਂ ਤੇ ਦਾਨ ਕਰੋ ਜਿੰਨਾ ਵੀ ਹੋ ਸਕਦਾ, ਸਾਰੀਆਂ ਬਲਾਵਾਂ ਟਲ ਜਾਣਗੀਆਂ। ਬਾਬਾ ਜੀ ਨੇ ਚਰਨ ਕੌਰ ਦਾ ਸਿਰ ਪਲੋਸਦਿਆਂ ਖੱਬੇ ਹੱਥ 'ਚ ਫੜੀ ਮਾਲਾ ਉਹਦੇ ਮੱਥੇ ਨੂੰ ਛੁਹਾਤੀ। ਚਰਨ ਕੌਰ ਥੋੜਾ ਸੰਭਲ ਗਈ। ਉਹਨੇ ਦੁਪੱਟੇ ਦੇ ਲੜ ਨਾਲ ਦੋਵੇਂ ਅੱਖਾਂ ਪੂੰਝੀਆਂ, ਖੱਬੇ ਹੱਥ 'ਚ ਘੁੱਟ ਕੇ ਫੜੀਆਂ ਕੰਨਾਂ ਦੀਆਂ ਵਾਲੀਆਂ ਬਾਬਾ ਜੀ ਦੇ ਚਿੱਟੇ ਰੁਮਾਲੇ ਤੇ ਰੱਖ ਦਿੱਤੀਆਂ। ਦੋਵੇਂ ਹੱਥਾਂ ਨਾਲ ਬਾਬਾ ਜੀ ਦੇ ਗੋਡੇ ਘੁੱਟੇ। ਬਿਨਾਂ ਕੁਝ ਕਹੇ ਹਟਕੋਰੇ ਲੈਂਦੀ ਉਹ ਵਾਪਸ ਆਪਣੀ ਜਗ੍ਹਾ ਤੇ ਆ ਕੇ ਬੈਠ ਗਈ। ਘਰ ਵਾਪਸ ਆਉਂਦਿਆਂ ਬੱਸ 'ਚ ਵੀ ਚੁੱਪਚਾਪ ਬੈਠੀ ਰਹੀ। ਮੀਤੋ ਵੀ ਉਹਦੇ ਦਰਦ ਨੂੰ ਸਮਝਦੀ, ਜ਼ਿਆਦਾ ਨਾ ਬੋਲੀ। 5 ਐਤਵਾਰ ਉਹ ਬਾਬਾ ਜੀ ਦੇ ਮੱਥਾ ਟੇਕਣ ਜਾਂਦੀਆਂ ਰਹੀਆਂ। ਬਾਬਾ ਜੀ ਹਰ ਵਾਰ ਚਰਨ ਕੌਰ ਨੂੰ ਸੁਆਹ ਦੀ ਪੁੜੀ ਦਿੰਦੇ, ਜਲ 'ਚ ਪਾ ਕੇ ਸਾਰੇ ਘਰ 'ਚ ਛੱਟਾ ਦੇਣ ਲਈ ਕਹਿੰਦੇ। ਚਰਨ ਕੌਰ ਹਰ ਵਾਰ 1000 ਰੁਪਏ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕ ਆਉਂਦੀ। 5ਵੀਂ ਵਾਰ ਬਾਬਾ ਜੀ ਨੇ ਸੁਆਹ ਦਿੰਦਿਆਂ ਕਿਹਾ ਕਿ ਘੋਲ ਕੇ ਪੁੱਤਰ ਨੂੰ ਪਿਲਾ ਦੇਣ, ਪਰ ਚਰਨ ਕੌਰ ਨੇ ਬੇਨਤੀ ਕੀਤੀ ਕਿ ਉਹਦਾ ਪੁੱਤਰ ਇਹਨਾਂ ਗੱਲਾਂ 'ਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ, ਉਹ ਬਹੁਤ ਗੁੱਸੇ ਵਾਲਾ ਹੈ, ਉਹਨੂੰ ਮੈਂ ਇਹ ਦੱਸਣਾ ਵੀ ਨਹੀਂ ਕਿ ਕਦੇ ਮੈਂ ਤੁਹਾਡੇ ਡੇਰੇ ਤੇ ਆਈ ਹਾਂ। ਬਾਬਾ ਜੀ ਨੇ ਚਰਨ ਕੌਰ ਦੀ ਗੱਲ ਸੁਣ ਕੇ ਘਰ 'ਚ ਹੀ ਛਿੱਟਾ ਦੇਣ ਲਈ ਬਚਨ ਕੀਤਾ। ਸਰਦਾਰਾ ਸਿੰਘ ਪਿੰਡ ਦੇ ਮੋਹਤਬਰ ਬੰਦੇ ਲੈ ਕੇ ਰੋਜ਼ ਥਾਣੇ ਗੇੜੇ ਮਾਰਦਾ, ਪਰ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ ਸੀ। ਥਾਣੇ ਦੇ ਵੱਡੇ ਹਾਲ 'ਚ ਲੱਕੜ ਦੇ 2 ਵੱਡੇ ਵੱਡੇ ਮੇਜ਼ਾਂ ਨਾਲ ਲੱਕੜ ਦੀਆਂ ਕੁਰਸੀਆਂ ਤੇ ਥਾਣੇਦਾਰ ਨਾਲ ਲੇਡੀ DSP ਤੇ 3-4 ਹੋਰ ਅਧਿਕਾਰੀ ਬੈਠੇ ਹਨ। ਕੇਸ ਦੀ ਸੁਣਵਾਈ ਲਈ ਬਹਿਸ ਖਾਤਰ ਦੋਵੇਂ ਪਾਰਟੀਆਂ ਨੂੰ ਬੁਲਾਇਆ ਗਿਆ। ਅਧਿਕਾਰੀਆਂ ਦੇ ਐਨ ਸਾਹਮਣੇ ਪਲਾਸਟਿਕ ਦੀਆਂ ਕੁਰਸੀਆਂ ਉੱਤੇ ਮੋਹਰਲੀ ਕਤਾਰ 'ਚ ਸ਼ਿੰਦਰ, ਉਹਦਾ ਪਿਓ ਤੇ ਇੱਕ ਪਾਸੇ ਸਿਰਜਣ ਤੇ ਉਹਦੀ ਮਾਂ ਬੈਠੇ ਹਨ। ਸਿਰਜਣ ਦਾ ਪਿਓ ਤੇ ਦੋਵਾਂ ਧਿਰਾਂ ਦੇ ਕੁਝ ਹੋਰ ਪਤਵੰਤੇ ਪਿਛਲੀ ਕਤਾਰ 'ਚ ਬੈਠੇ ਹਨ। ਕਿਉਂ ਵੀ ਮੁੰਡਿਆ, ਤੇਰਾ ਦਿਮਾਗ ਠੀਕ ਹੋਇਆ ਕਿ ਨਹੀਂ? ਇੰਨੇ ਦਿਨ ਹਵਾਲਾ 'ਚ ਕੱਟ ਕੇ ਕਰਾ ਲੈ ਵਿਆਹ, ਨਹੀਂ ਤਾਂ ਸਿੱਧਾ ਜੇਲ੍ਹ ਹੋਣੀ ਆ। ਹੁਣ ਤੇਰੇ ਮਾਂ ਪਿਓ ਰੋਲ ਜਾਣਗੇ, ਤੂੰ ਇਸ ਕੁੜੀ ਨਾਲ ਚੰਗੀ ਨਹੀਂ ਕਰ ਰਿਹਾ। ਲੇਡੀ DSP ਨੇ ਸਿਰਜਣ ਨੂੰ ਗੁੱਸੇ ਨਾਲ ਤਾੜਦਿਆਂ ਕਿਹਾ, ਚੰਗੀ ਮਾੜੀ ਤਾਂ ਜੀ ਇਹ ਜਾਣਦੀ ਹੈ ਜਾਂ ਰੱਬ ਜਾਣਦਾ ਹੈ। ਮੈਨੂੰ ਤਾਂ ਇੱਕ ਗੱਲ ਪਤਾ ਹੈ, ਹੁਣ ਭਾਵੇਂ ਸਾਰੀ ਉਮਰ ਜੇਲ੍ਹ 'ਚ ਸੜਾ, ਪਰ ਇਹਦੇ ਨਾਲ ਵਿਆਹ ਨਹੀਂ ਕਰਾਉਂਦਾ ਮੈਂ। ਸਿਰਜਣ ਆਪਣੇ ਬਿਆਨ ਤੇ ਅਡਿੱਗ ਸੀ। ਤੇ ਨਾ ਕਰਾ, ਮੈਂ ਵੀ ਤੇਰੇ ਵਰਗੇ ਧੋਖੇਬਾਜ਼ ਤੋਂ ਪਰੇ ਹੀ ਚੰਗੀ ਹਾਂ। ਸ਼ਿੰਦਰ ਅਜੇ ਵੀ ਸੱਚੀ ਬਣ ਰਹੀ ਸੀ। ਵੇਖ, ਵਿਆਹ ਨਹੀਂ ਕਰਾਏਂਗਾ ਤਾਂ 2.5 ਲੱਖ ਜੁਰਮਾਨਾ ਤੇ ਸਿੱਧੀ 10 ਸਾਲਾ ਕੈਦ ਹੋਣੀ ਤੈਨੂੰ। ਥਾਣੇਦਾਰ ਨੇ ਸਮਝਾਉਂਦਿਆਂ ਕਿਹਾ ਤਾਂ ਸਿਰਜਣ ਦੀ ਮਾਂ ਦੀਆਂ ਅੱਖਾਂ 'ਚੋਂ ਹੰਝੂ ਵਗ ਤੁਰੇ। ਉਹਦੇ ਹੱਥ ਕੰਬਣ ਲੱਗ ਪਏ। ਜਵਾਨ ਪੁੱਤਰ ਉੱਤੇ ਆਈ ਮੁਸੀਬਤ ਨੇ ਉਹਨੂੰ ਝੰਜੋੜ ਦਿੱਤਾ ਸੀ। ਜਿਸ ਦਿਨ ਦਾ ਸਿਰਜਣ ਜੇਲ੍ਹ ਗਿਆ ਸੀ, ਉਹ ਕੁਝ ਵੀ ਨਹੀਂ ਸੀ ਬੋਲਦੀ। ਰੱਬ ਅੱਗੇ ਦਿਨ ਰਾਤ ਅਰਦਾਸਾਂ ਕਰੀ ਜਾਂਦੀ ਸੀ।
हे रब्बा मेरे पुੱਤ ਨੂੰ ਬਖਸ਼ ਲੈ। ਰੁਪਈਆ ਤੁਸੀਂ 2.5 ਦਾ 5 ਲੱਖ ਲੈ ਲਓ ਜੀ। ਇਹ ਖੁਸ਼ ਚਾਹੀਦੀ ਹੈ। ਇਹਨੂੰ ਕਦੇ ਪੈਸੇ ਤੋਂ ਤੰਗੀ ਨਹੀਂ ਹੋਣ ਦਿੰਦਾ। ਪਰ ਵਿਆਹ ਨਹੀਂ ਕਰਾਉਣਾ ਹੁਣ। ਮੇਰੇ ਪਿਆਰ ਦੀ ਬੇਇੱਜ਼ਤੀ ਕਰਤੀ ਇਹਨੇ। ਸਿਰਜਣ ਬੁੱਲ ਚੱਬਦਾ ਬੋਲਿਆ। ਅੱਜ ਪਹਿਲੇ ਦਿਨ ਉਹਨੇ ਸਿੰਦਰ ਦੇ ਖਿਲਾਫ ਕੁਝ ਬੋਲਿਆ ਸੀ। ਥਾਣੇ 'ਚ ਥਾਣੇਦਾਰ ਤੇ ਸਿਪਾਹੀਆਂ ਨੇ ਜ਼ੋਰ ਲਾ ਲਿਆ, ਪਰ ਉਹਨੇ ਇੱਕ ਵਾਰ ਵੀ ਮੂੰਹੋਂ ਨਹੀਂ ਖੋਲ੍ਹਿਆ। ਇਹੀ ਬੋਲਦਾ ਰਿਹਾ, ਵਿਆਹ ਨਹੀਂ ਕਰਾ ਸਕਦਾ ਹੁਣ। ਥਾਣੇਦਾਰ ਸਾਹਿਬ, ਤੁਹਾਨੂੰ ਵੀ ਇੰਨਾ ਕੁ ਤਾਂ ਪਤਾ ਲੱਗ ਗਿਆ ਹੋਣਾ ਹੁਣ ਤਾਈਂ ਵੀ ਇਹ ਕੇਸ ਝੂਠਾ ਹੈ। ਕਸੂਰ ਕੱਲਾ ਸਾਡੇ ਮੁੰਡੇ ਦਾ ਨਹੀਂ। ਸਿਰਜਣ ਦੇ ਪਿਓ ਨੇ ਤਰਲਾ ਲਿਆ। ਉਹਦੀ ਆਵਾਜ਼ 'ਚ ਕੰਬਣੀ ਸੀ ਤੇ ਅੱਖਾਂ 'ਚ ਤਰਲੇ। ਅਸੀਂ ਤਾਂ ਕਾਨੂੰਨ ਦੇ ਬੱਧੇ ਹਾਂ ਜੀ। ਇਸ ਕੁੜੀ ਨੇ ਜੋ ਲਿਖਵਾਤਾ, ਸਾਨੂੰ ਐਕਸ਼ਨ ਲੈਣਾ ਹੀ ਪੈਣਾ। ਤੁਹਾਡਾ ਮੁੰਡਾ ਵਿਆਹ ਲਈ ਵੀ ਰਾਜੀ ਨਹੀਂ ਹੋ ਰਿਹਾ। ਔਰਤ ਦੇ ਹੱਕਾਂ ਲਈ ਬੜੇ ਸਖਤ ਕਾਨੂੰਨ ਬਣ ਗਏ ਨੇ। ਥਾਣੇਦਾਰ ਨੇ ਤਿੱਖੀ ਨਜ਼ਰ ਨਾਲ ਸ਼ਿੰਦਰ ਨੂੰ ਵੇਖਦਿਆਂ ਕਿਹਾ। ਤੇ ਉਸ ਕਾਨੂੰਨ ਦੀ ਬਲੀ ਭਾਵੇਂ ਇੱਕ ਬੇਕਸੂਰ ਚਾੜਤਾ ਜਾਵੇ। ਹੈਂ, ਮੈਂ ਵੇਖ ਸਕਦਾ? ਜ਼ਰਾ ਇਸ ਕੁੜੀ ਨੇ ਐਸਾ ਕੀ ਲਿਖਵਾਇਆ, ਵਿਖਾਇਓ ਮੈਨੂੰ। FIR ਦੀ ਕਾਪੀ ਸਿਰਜਣ ਦੇ ਪਿਓ ਨੇ ਗਾਂਹ ਹੁੰਦੇ ਕਿਹਾ। ਥਾਣੇਦਾਰ ਨੇ ਲੇਡੀ DSP ਤੇ ਹੋਰ ਸਾਥੀਆਂ ਵੱਲ ਵੇਖਿਆ। ਸਭ ਨੇ ਅੱਖਾਂ ਦੇ ਇਸ਼ਾਰੇ ਨਾਲ ਹਾਂ ਛਾਂ ਮਿਲਾਈ। ਉਹਨੇ FIR ਦਾ ਇੱਕ ਪੇਜ ਫਾਈਲ 'ਚੋਂ ਕੱਢ ਕੇ ਸਿਰਜਣ ਦੇ ਪਿਓ ਨੂੰ ਫੜਾ ਦਿੱਤਾ। ਪੇਜ ਲੈ ਕੇ ਉਹ ਸਿਰਜਣ ਦੇ ਪਿੱਛੇ ਕੁਰਸੀ ਤੇ ਬਹਿ ਗਿਆ। ਸਿਰਜਣ ਨੇ ਕੁਰਸੀ ਦਾ ਮੂੰਹ ਪਿਓ ਵੱਲ ਘੁਮਾ ਲਿਆ। ਔਕੜ ਕੇ ਸ਼ਿੰਦਰ ਦਾ ਬਿਆਨ ਪੜ੍ਹਨ ਲੱਗ ਪਿਆ। ਮੈਂ ਸ਼ਿੰਦਰਪਾਲ ਕੌਰ ਵਲਦ ਸੁਰੈਨ ਸਿੰਘ ਪਿੰਡ ਕੰਮੀਕੇ ਦੀ ਰਹਿਣ ਵਾਲੀ ਹਾਂ। ਮੇਰੀ ਮਾਂ ਬਚਪਨ 'ਚ ਹੀ ਗੁਜ਼ਰ ਗਈ ਸੀ। ਘਰ 'ਚ ਮੈਂ, ਮੇਰਾ ਛੋਟਾ ਭਰਾ ਤੇ ਪਿਤਾ ਹਾਂ। ਮੇਰੇ ਪਿਤਾ ਨੇ ਮਾਂ ਬਾਪ ਦੋਹਾਂ ਦਾ ਪਿਆਰ ਦਿੱਤਾ। ਮੈਂ ਪੜ੍ਹਾਈ 'ਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ ਤੇ 1 ਸਾਲ 'ਚ 2 ਜਮਾਤਾਂ ਵੀ ਪਾਸ ਕੀਤੀਆਂ। ਇਹ ਕਿ ਮੈਂ BA ਭਾਗ ਤੀਜਾ 'ਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਵਿਦਿਆਰਥਣ ਹਾਂ। ਉਕਤ ਸਿਰਜਣ ਸਿੰਘ ਸੰਧੂ ਵਲਦ ਸਰਦਾਰਾ ਸਿੰਘ ਸੰਧੂ ਪਿੰਡ ਗਿੱਲਾਂ ਵਾਲੀ ਰੋਜ਼ ਮੇਰੇ ਵਾਂਗ ਬੱਸ 'ਚ ਕਾਲਜ ਜਾਂਦਾ ਸੀ। ਨੇੜੇ ਦੇ ਪਿੰਡ ਦੇ ਹੋਣ ਕਰਕੇ ਸਾਡੀ ਜਾਣ ਪਛਾਣ ਹੋਈ। ਉਕਤ ਨੇ ਹੌਲੀ ਹੌਲੀ ਹਮਦਰਦੀ ਜਤਾ ਕੇ ਮੇਰੇ ਨਾਲ ਗੂੜੀ ਦੋਸਤੀ ਕਰ ਲਈ। ਦੋਸਤੀ ਪਿਆਰ 'ਚ ਬਦਲ ਕੇ ਉਕਤ ਮੈਨੂੰ ਵਿਆਹ ਲਈ ਮਨਾਉਣ ਲੱਗਾ। ਉਕਤ ਨੇ ਮੈਨੂੰ ਆਪਣੀਆਂ ਗੱਲਾਂ 'ਚ ਬਹਿਲਾ ਫੁਸਲਾ ਲਿਆ ਤੇ ਕਿੰਨੀ ਵਾਰ ਮੈਨੂੰ ਆਪਣੇ ਘਰ ਵੀ ਲੈ ਕੇ ਗਿਆ। ਇਹਦੇ ਮਾਂ-ਬਾਪ ਵੀ ਮੈਨੂੰ ਨੂੰਹ ਬਣਾਉਣ ਲਈ ਹਮੇਸ਼ਾ ਕਹਿੰਦੇ ਸਨ। ਮੈਂ ਉਕਤ ਦੀਆਂ ਗੱਲਾਂ 'ਚ ਪੂਰੀ ਤਰ੍ਹਾਂ ਬਹਿਕ ਗਈ। ਇੱਕ ਦਿਨ ਕਾਲਜ ਤੋਂ ਬਾਅਦ ਉਕਤ ਮੇਰੇ ਪਿੱਛੇ ਸਾਡੇ ਘਰ ਹੀ ਆ ਗਿਆ। ਉਸ ਦਿਨ ਅਚਾਨਕ ਮੇਰੇ ਪਿਤਾ ਤੇ ਭਰਾ ਘਰ 'ਚ ਨਹੀਂ ਸਨ। ਉਕਤ ਨੇ ਇਸ ਮੌਕੇ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਵੱਡੇ ਲਾਰੇ ਲਾ ਕੇ ਮੇਰੇ ਨਾਲ ਸੰਬੰਧ ਬਣਾ ਲਿਆ। ਉਸ ਦਿਨ ਤੋਂ ਬਾਅਦ ਉਕਤ ਮੇਰੇ ਨਾਲ ਅਕਸਰ ਉਸੇ ਤਰ੍ਹਾਂ ਕਰਦਾ ਰਿਹਾ। ਜਦੋਂ ਮੈਂ ਪ੍ਰੈਗਨੈਂਟ ਹੋ ਗਈ ਤਾਂ ਉਹਦੇ ਘਰ ਵਾਲਿਆਂ ਨੇ ਮੈਨੂੰ ਨੀਵੀਂ ਜਾਤ ਦੀ ਕਹਿੰਦਿਆਂ ਮੈਨੂੰ ਬਹੁਤ ਬੁਰਾ ਭਲਾ ਕਿਹਾ ਤੇ ਵਿਆਹ ਤੋਂ ਮੁੱਕਰ ਗਏ। ਉਕਤ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਗਿਆ ਹੈ ਤੇ ਮੇਰੇ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰਦਾ ਹੈ। ਮੈਂ ਵੀ ਅਜਿਹੇ ਝੂਠੇ ਆਦਮੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ, ਕਿਉਂਕਿ ਮੇਰੀ ਜਾਨ ਨੂੰ ਇਸ ਤੋਂ ਖਤਰਾ ਹੈ। ਮੈਂ ਚਾਹੁੰਦੀ ਹਾਂ ਉਕਤ ਨੂੰ ਤੇ ਇਸ ਦੇ ਮਾਂ ਪਿਓ ਨੂੰ ਜਾਲਸਾਜ਼ੀ ਲਈ ਸਖਤ ਤੋਂ ਸਖਤ ਸਜ਼ਾ ਮਿਲੇ, ਤਾਂ ਜੋ ਕੋਈ ਹੋਰ ਇਸ ਤਰ੍ਹਾਂ ਕਿਸੇ ਭੋਲੀ ਭਾਲੀ ਤੇ ਮਾਂ ਮੈਟਰ ਕੁੜੀ ਦਾ ਨਾਜਾਇਜ਼ ਫਾਇਦਾ ਨਾ ਚੁੱਕੇ। ਬਿਆਨ ਪੜ੍ਹਦਿਆਂ ਸਿਰਜਣ ਦੀਆਂ ਅੱਖਾਂ 'ਚ ਖੂਨ ਉਤਰ ਆਇਆ। ਉਹਦਾ ਜੀਅ ਕੀਤਾ ਸ਼ਿੰਦਰ ਨੂੰ ਹੁਣੇ ਜਾਨੋਂ ਮਾਰ ਦੇਵੇ। ਸਰਦਾਰਾ ਸਿੰਘ ਨੇ ਪੁੱਤਰ ਦੀ ਹਾਲਤ ਭਾਂਪ ਲਈ ਤੇ ਉਹਦਾ ਹੱਥ ਜ਼ੋਰ ਦੀ ਘੁੱਟ ਲਿਆ। ਸਿਰਜਣ ਆਪਣੀ ਕੁਰਸੀ ਤੇ ਜੜ ਹੋਇਆ ਬੈਠਾ ਖੂਨ ਦੇ ਘੁੱਟ ਅੰਦਰੇ ਲੰਘਾ ਗਿਆ। ਜੱਜ ਤੇ ਪੁਲਿਸ ਦੇ ਬਾਰ-ਬਾਰ ਸਮਝਾਉਣ ਤੇ ਵੀ ਸਿਰਜਣ ਆਪਣੇ ਬਿਆਨ ਤੋਂ ਟਸ ਤੋਂ ਮਸ ਨਾ ਹੋਇਆ। ਉਹਨੇ ਸ਼ਿੰਦਰ ਨਾਲ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਹਰ ਤਰ੍ਹਾਂ ਦੀ ਸਜ਼ਾ ਕਬੂਲ ਕਰਨ ਦੀ ਜਿੱਦ ਫੜੀ ਰੱਖੀ। ਉਹਦੇ ਮਾਂ-ਪਿਓ ਨੇ ਸ਼ਿੰਦਰ ਤੇ ਸੁਰੈਨ ਸਿੰਘ ਅੱਗੇ ਕੇਸ ਵਾਪਸ ਲੈਣ ਲਈ ਬਹੁਤ ਤਰਲੇ ਪਾਏ, ਪਰ ਉਹ ਪੈਸੇ ਦੇ ਲਾਲਚ ਵਿੱਚ ਅੰਨਾ ਸੀ। ਜੱਜ ਨੇ ਸਿਰਜਣ ਨੂੰ 2.5 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਸੁਣਾਈ। ਕੋਰਟ ਵਿੱਚੋਂ ਬਾਹਰ ਆਉਂਦਿਆਂ ਸ਼ਿੰਦਰ ਨੇ ਸਿਰਜਣ ਦੇ ਮੂੰਹ ਵੱਲ ਵੇਖਿਆ। ਸਿਰਜਣ ਨੇ ਨਫ਼ਰਤ ਨਾਲ ਆਪਣਾ ਮੂੰਹ ਦੂਜੇ ਪਾਸੇ ਘੁਮਾ ਲਿਆ। ਹੋਸਟਲ ਵਾਪਸ ਆ ਕੇ ਸ਼ਿੰਦਰ ਨੇ ਆਪਣਾ ਰੰਗ ਰੂਪ ਪੂਰੀ ਤਰ੍ਹਾਂ ਬਦਲ ਲਿਆ। ਹੁਣ ਉਹਨੂੰ ਪੌੜੀਆਂ 'ਚ ਬੈਠ ਕੇ ਫੋਨ ਤੇ ਗੱਲਾਂ ਮਾਰਨ ਲੱਗਿਆਂ ਖਿਆਲ ਹੀ ਨਾ ਰਹਿੰਦਾ ਕਿ ਵੇਟਰ ਉਹਨੂੰ ਵੇਖ ਰਿਹਾ ਤੇ ਉਹਦੀ ਸਕਰਟ ਬਹੁਤ ਛੋਟੀ ਹੈ। ਕਈ ਵਾਰ ਉਹ 2 ਕੱਪੜਿਆਂ 'ਚ ਹੀ ਫੋਨ ਤੇ ਗੱਲਾਂ ਮਾਰਦੀ ਪੌੜੀਆਂ 'ਚ ਆ ਕੇ ਬੈਠ ਜਾਂਦੀ। ਸਿਰਜਣ ਵੱਲੋਂ ਮਿਲੇ ਪੈਸੇ ਤਾਂ ਕਦੋਂ ਦੇ ਖਤਮ ਹੋ ਗਏ ਸਨ। ਨਿਧੀ ਆਈਲੈਟਸ ਕਰਕੇ ਆਸਟ੍ਰੇਲੀਆ ਚਲੀ ਗਈ ਸੀ। ਕਾਲੀ ਆਪਟਰਾ ਵਿੱਚ ਸੈਂਡੀ ਦੇ ਨਾਲ ਹੁਣ ਸ਼ਿੰਦਰ ਘੁੰਮਦੀ ਸੀ। ਕਦੇ ਸੈਂਡੀ ਤੇ ਉਹ ਸ਼ਿਮਲੇ 'ਚ ਸੈਂਡੀ ਦੇ ਪਿਓ ਦੇ ਗੈਸਟ ਹਾਊਸ 'ਚ 2-4 ਦਿਨ ਲਾ ਆਉਂਦੇ ਸਨ। ਧੰਨਵਾਦ।